ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਹੂਕ ਕਿਹਨੇ ਕਿਹਾ? ਅਮਰਤਾ ਪ੍ਰੀਤਮ ਨੂੰ ਹੀ ਪੰਜਾਬ ਦੀ ਆਵਾਜ਼ ਕਿਸ ਵਿਦਵਾਨ ਨੇ ਕਿਹਾ? ਤੇ ਜ਼ਰਾ ਇਹ ਵੀ ਦੱਸਿਓ ਕਿ ਅਮਰਤਾ ਪ੍ਰੀਤਮ ਨੂੰ ਬੁਲਬੁਲ ਪੰਜਾਬ ਦੀ ਉਪਾਧੀ ਕਿਹਨੇ ਦਿੱਤੀ ਸੀ? ਸਤਿ ਸ੍ਰੀ ਅਕਾਲ। LDD TV ਦੇਖ ਰਹੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜੋ ਵੱਖ-ਵੱਖ ਜੌਬ ਓਰੀਐਂਟਡ ਪੇਪਰ ਹੁੰਦੇ ਆ ਉਹਨਾਂ ਦੀ ਤਿਆਰੀ ਕਰ ਰਹੇ ਹਾਂ। ਨਾਵਲ ਤੇ ਨਾਵਲਕਾਰ ਭਾਗ 8ਵਾਂ ਦੇ ਵਿੱਚ ਅੱਜ ਅਸੀਂ ਅਮਰਤਾ ਪ੍ਰੀਤਮ ਬਾਬਤ ਚਰਚਾ ਕਰਾਂਗੇ। ਅਮਰਤਾ ਪ੍ਰੀਤਮ ਦੇ ਨਾਵਲਾਂ ਦੀ ਗੱਲ ਕਰਾਂਗੇ, ਕੁਝ ਉਸ ਦੀ ਜੀਵਨੀ ਦੀ ਗੱਲ ਕਰਾਂਗੇ ਤੇ ਨਾਲ ਕੁਝ ਉਸ ਦੀ ਸਵੈ ਜੀਵਨੀ ਬਾਬਤ ਵੀ ਵਿਚਾਰ ਕਰਾਂਗੇ। ਇਨਾਮਾਂ ਸਨਮਾਨਾਂ ਦੀ ਗੱਲ ਕਰਾਂਗੇ ਤੇ ਪਿਆਰੇ ਵਿਦਿਆਰਥੀਓ, ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਕੁਝ ਪ੍ਰਸ਼ਨ ਪਾਏ ਨੇ। ਇਸ ਲੈਕਚਰ ਨੂੰ ਚੰਗੀ ਤਰ੍ਹਾਂ ਸੁਣ ਕੇ ਉਹਨਾਂ ਦੇ ਉੱਤਰ ਤੁਸੀਂ ਕਮੈਂਟ ਬਾਕਸ ਵਿੱਚ ਦੇਣੇ ਆ। ਤੇ ਆਓ ਆਪਾਂ ਅਮਰਤਾ ਪ੍ਰੀਤਮ ਦੀ ਨਾਵਲਕਾਰੀ ਨੂੰ ਘੋਖਦੇ ਹਾਂ। ਅਮਰਤਾ ਪ੍ਰੀਤਮ ਦਾ ਜਨਮ 31 ਅਗਸਤ 1919 ਈਸਵੀ ਨੂੰ ਸਥਾਨ ਗੁਜਰਾਂਵਾਲਾ ਲਹਿੰਦੇ ਪੰਜਾਬ ਦੇ ਵਿੱਚ ਹੋਇਆ। ਤੇ ਅਮਰਤਾ ਪ੍ਰੀਤਮ ਦੀ ਮਾਤਾ ਦਾ ਨਾਮ ਸ਼੍ਰੀਮਤੀ ਰਾਜ ਕੌਰ, ਪਿਤਾ ਦਾ ਨਾਮ ਸਰਦਾਰ ਕਰਤਾਰ ਸਿੰਘ ਹਿੱਤਕਾਰੀ, ਉਹਨਾਂ ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਵੀ ਕਹਿੰਦੇ ਸੀਗੇ। ਠੀਕ ਹੈ ਜੀ, ਹਿੱਤਕਾਰੀ ਉਹਨਾਂ ਦਾ ਉਪਨਾਮ ਜਾਂ ਸਾਹਿਤਕ ਨਾਮ ਆ। ਠੀਕ, 10 ਸਾਲ ਦੀ ਉਮਰ ਵਿੱਚ ਜਦੋਂ ਅਮਰਤਾ ਪ੍ਰੀਤਮ ਹੋਈ ਤਾਂ ਉਸ ਦੀ ਮਾਤਾ ਨੇ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ ਸੀ। ਇਸ ਕਰਕੇ ਅਮਰਤਾ ਪ੍ਰੀਤਮ ਆਪਣੇ ਫਾਦਰ ਦੇ ਪ੍ਰਭਾਵ ਹੇਠ ਬਹੁਤਾ ਸਮਾਂ ਰਹੀ ਤੇ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਬ੍ਰਿਜ ਭਾਸ਼ਾ ਦੇ ਵਿਦਵਾਨ ਤੇ ਲਿਖਾਰੀ ਸਨ। ਉਹ ਛੰਦ ਪ੍ਰਬੰਧ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਮਾਂ ਦੇ ਇਸ ਸੰਸਾਰ ਤੋਂ ਅਲਵਿਦਾ ਕਹਿਣ ਮਗਰੋਂ ਅਮਰਤਾ ਪ੍ਰੀਤਮ ਆਪਣੇ ਪਿਤਾ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਨਾਲ ਲਾਹੌਰ ਰਹੀ। ਬਚਪਨ ਤੋਂ ਅਮਰਤਾ ਪ੍ਰੀਤਮ ਦਾ ਸ਼ੌਂਕ ਸੀ ਸਾਹਿਤ, ਫੋਟੋਗ੍ਰਾਫੀ, ਨ੍ਰਿਤ, ਸੰਗੀਤ ਆਦਿ। ਠੀਕ ਹੈ ਜੀ, ਉਹ ਇਹਨਾਂ ਖੇਤਰਾਂ ਦੇ ਵਿੱਚ ਆਪਣੇ ਹੌਬੀ ਨੂੰ ਉਤੇਜਿਤ ਹੁੰਦਿਆਂ ਵੇਖ ਰਹੀ ਸੀ। 4 ਸਾਲ ਦੀ ਉਮਰ ਵਿੱਚ ਅਮਰਤਾ ਪ੍ਰੀਤਮ ਦੀ ਮੰਗਣੀ ਹੋ ਗਈ ਸੀ। ਅਮਰਤਾ ਪ੍ਰੀਤਮ ਦਾ ਮੌਲਿਕ ਨਾਮ, ਪਹਿਲਾ ਨਾਮ ਅੰਮ੍ਰਿਤਾ ਜਾਂ ਅੰਮ੍ਰਿਤ ਕੌਰ ਸੀ ਤੇ 1 ਸਤੰਬਰ 1936 ਨੂੰ ਪ੍ਰੀਤਮ ਸਿੰਘ ਕਵਾਤੜਾ ਨਾਲ ਅਮਰਤਾ ਪ੍ਰੀਤਮ ਦਾ ਵਿਆਹ ਹੋ ਗਿਆ ਸੀ। ਹੁਣ ਤੁਸੀਂ ਨੋਟ ਕਰਨਾ ਕਿ 4 ਸਾਲ ਦੀ ਉਮਰ ਮਹਿਜ਼ ਜਦੋਂ ਅਮਰਤਾ ਪ੍ਰੀਤਮ ਦੀ ਮੰਗਣੀ ਹੋ ਗਈ ਤੇ ਉਸ ਤੋਂ ਬਾਅਦ 1/9/1936 ਨੂੰ ਅਮਰਤਾ ਪ੍ਰੀਤਮ ਦਾ ਵਿਆਹ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਇਆ, ਜੋ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਦੁਕਾਨਦਾਰੀ ਕਰਦਾ ਸੀ। ਠੀਕ ਹੈ ਜੀ, ਇਹ ਕਲੀਅਰ ਹੋ ਗਿਆ। ਉਸ ਤੋਂ ਅੱਗੇ ਫਿਰ ਅਮਰਤਾ ਨੇ ਆਪਣੇ ਵਿਆਹ ਉਪਰੰਤ ਆਪਣੇ ਨਾਂ ਨਾਲ ਆਪਦੇ ਪਤੀ ਦਾ ਨਾਂ ਪ੍ਰੀਤਮ ਜੋੜ ਲਿਆ, ਜੋ ਸਾਰੀ ਉਮਰ ਅਮਰਤਾ ਪ੍ਰੀਤਮ ਦੇ ਰੂਪ ਵਿੱਚ ਉਸ ਦੇ ਨਾਲ ਰਿਹਾ। ਅਮਰਤਾ ਉਹਦਾ ਨਾਮ ਸੀ, ਪ੍ਰੀਤਮ ਉਹਦੇ ਘਰ ਵਾਲੇ ਦਾ ਨਾਂ ਸੀ। ਇਸ ਕਰਕੇ ਉਹਨੇ ਆਪਣਾ ਤਖੱਲੁਸ ਜਾਂ ਜਿਹਨੂੰ ਆਪਾਂ ਉਪਨਾਮ ਕਹਿੰਦੇ ਆ ਜਾਂ ਸਾਹਿਤਕ ਨਾਮ ਕਹਿੰਦੇ ਆ, ਉਹ ਪ੍ਰੀਤਮ ਰੱਖ ਲਿਆ। ਠੀਕ ਹੈ ਜੀ, ਕਲੀਅਰ ਹੈ ਨਾ। ਸੰਤਾਨ ਦੀ ਗੱਲ ਕਰੀਏ ਤਾਂ ਅਮਰਤਾ ਪ੍ਰੀਤਮ ਦਾ ਇੱਕ ਪੁੱਤਰ ਸੀ ਨਵਰਾਜ ਤੇ ਇੱਕ ਬੇਟੀ ਕੰਦਲਾਇਆ। ਠੀਕ ਜੀ, ਫਿਰ ਅਮਰਤਾ ਦਾ ਵਿਆਹ ਤੋਂ ਜਿਹੜਾ ਮੋਹ ਭੰਗ ਹੋ ਗਿਆ ਤੇ ਇਹਦਾ ਇੱਕ ਕਾਰਨ ਸੀਗਾ ਸਾਹਿਰ ਲੁਧਿਆਣਵੀ, ਇੱਕ ਬੜਾ ਵੱਡਾ ਸਾਹਿਤਕਾਰ ਹੋਇਆ, ਉਹਦੇ ਨਾਲ ਮੁਲਾਕਾਤ ਤੇ ਇਸ਼ਕੇ ਦੇ ਜਿਹੜੇ ਚਰਚੇ ਹੋਣ ਲੱਗ ਪਏ ਸੀਗੇ। ਸਿੱਟਾ ਇਹ ਨਿਕਲਿਆ ਕਿ ਸਾਹਿਰ ਲੁਧਿਆਣਵੀ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੰਦਾ ਸੀ। ਇਹ ਇੱਕ ਤਰਫਾ ਪਿਆਰ ਬਣ ਕੇ ਰਹਿ ਗਿਆ, ਜਿੱਥੋਂ ਅਮਰਤਾ ਪ੍ਰੀਤਮ ਨੂੰ ਨਿਰਾਸ਼ਾ ਹਾਸਲ ਹੋਈ। 1947 ਦੀ ਦੇਸ਼ ਵੰਡ ਮਗਰੋਂ ਅਮਰਤਾ ਪ੍ਰੀਤਮ ਦਾ ਪਰਿਵਾਰ ਕੁਝ ਸਮਾਂ ਦੇਹਰਾਦੂਨ ਰਿਹਾ ਸੀ। ਅਮਰਤਾ ਪ੍ਰੀਤਮ ਦੀ ਆਲ ਇੰਡੀਆ ਰੇਡੀਓ ਤੇ ਅਨਾਉਂਸਰ ਵਜੋਂ ਨਿਯੁਕਤੀ ਹੋਣ ਉਪਰੰਤ ਉਹਨਾਂ ਨੂੰ ਦਿੱਲੀ ਆ ਕੇ ਰਹਿਣਾ ਪਿਆ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਫਿਰ ਆਪਣੀ ਜ਼ਿੰਦਗੀ ਨੂੰ ਬਸਰ ਕਰਨਾ ਸ਼ੁਰੂ ਕਰ ਦਿੱਤਾ। 1961 ਈਸਵੀ ਵਿੱਚ ਅਮਰਤਾ ਪ੍ਰੀਤਮ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਹੁਣ ਕਾਰਨ ਇਹ ਸੀ ਕਿ ਅਮਰਤਾ ਪ੍ਰੀਤਮ ਬੜੀ ਮਕਬੂਲ ਹੋ ਚੁੱਕੀ ਸੀ। ਉਹਦੀਆਂ ਰਚਨਾਵਾਂ ਮੁਸ਼ਾਇਰਿਆਂ, ਕਵੀ ਦਰਬਾਰਾਂ ਦੇ ਵਿੱਚ ਸੁਣੀਆਂ ਜਾਣ ਲੱਗ ਪਈਆਂ ਸਨ ਤੇ ਸਾਹਿਰ ਲੁਧਿਆਣਵੀ ਦੀ ਇੱਕ ਤਰਫਾ ਮੁਹੱਬਤ ਕੌਣ? ਤੁਸੀਂ ਜਾਣਦੇ ਹੋ, ਅਮਰਤਾ ਪ੍ਰੀਤਮ
ਨੇ ਛੇਤੀ ਹੀ ਆਪਣਾ ਰੂਪ ਵਟਾ ਕੇ ਇਮਰੋਜ਼, ਜਿਹਨੇ ਇੱਕ ਪੇਂਟਰ ਬੜਾ ਸ਼ਾਨਦਾਰ, ਜਿਹਨੇ ਅੰਮ੍ਰਿਤਾ ਪ੍ਰੀਤਮ ਨੂੰ ਪੇਂਟਿੰਗ ਦੇ ਉੱਪਰ ਲੈ ਕੇ ਦਿੱਤਾ ਸੀ ਆਈ ਐਮ ਰੋਜ਼, ਤੇ ਉਹ ਤੋਂ ਉਹਦਾ ਨਾਮ ਇਮਰੋਜ਼ ਪੈ ਗਿਆ। ਵੈਸੇ ਅਸਲ ਨਾਮ ਹੈਗਾ ਆ ਇੰਦਰਜੀਤ। ਨਾਲ ਆਪਣੇ ਪ੍ਰੇਮ ਸੰਬੰਧ ਬਣਾ ਲਏ ਜੋ ਸਾਰੀ ਉਮਰ ਉਹਨਾਂ ਨੇ ਨਿਭਾਏ। ਤੇ 8 ਜਨਵਰੀ 1963 ਈਸਵੀ ਨੂੰ ਅੰਮ੍ਰਿਤਾ ਦਾ ਆਪਦੇ ਘਰ ਵਾਲੇ ਪ੍ਰੀਤਮ ਨਾਲ ਤਲਾਕ ਹੋ ਗਿਆ। ਇਹ ਵੀ ਨੋਟ ਕਰ ਲਵੋ। ਤੇ ਜੇਕਰ ਆਪਾਂ ਅੰਮ੍ਰਿਤਾ ਪ੍ਰੀਤਮ ਦੇ ਦੇਹਾਂਤ ਦੀ ਗੱਲ ਕਰੀਏ ਤਾਂ 31 ਅਕਤੂਬਰ 2005 ਨੂੰ ਇਹ ਪੰਜਾਬੀ ਦੀ ਆਧੁਨਿਕ ਪੰਜਾਬੀ ਸਾਹਿਤ ਦੀ ਪਹਿਲੀ ਔਰਤ ਕਵਿੱਤਰੀ, ਜਿਹਨੂੰ ਕਹਿੰਦੇ ਆਪਾਂ ਲੇਖਿਕਾ, ਇਸ ਸੰਸਾਰ ਨੂੰ ਅਲਵਿਦਾ ਕਹਿ ਗਈ 86 ਸਾਲ ਦੀ ਉਮਰ ਭੋਗਣ ਤੋਂ ਉਪਰੰਤ। ਇਹ ਨੋਟ ਕਰ ਲਵੋ। ਪਿਆਰੇ ਵਿਦਿਆਰਥੀਓ, ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਪੁਸਤਕ ਸੀਗੀ ਠੰਡੀਆਂ ਕਿਰਨਾਂ। ਇਹ 1935 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਇਹਦੀ ਵਿਧਾ ਸੀ ਕਾਵਿ ਸੰਗ੍ਰਹਿ। ਠੀਕ ਹੈ ਜੀ। ਤੇ ਅੰਮ੍ਰਿਤਾ ਪ੍ਰੀਤਮ ਦੀ ਆਖਰੀ ਪੁਸਤਕ ਸੀਗੀ ਮੈਂ ਤੈਨੂੰ ਫੇਰ ਮਿਲਾਂਗੀ। ਇਹ 2004 ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਇਹ ਵੀ ਇੱਕ ਕਵਿਤਾ ਦੀ ਕਿਤਾਬ ਹੀ ਸੀ। ਠੀਕ ਹੈ ਜੀ। ਤੇ ਹਰਜਿੰਦਰ ਪਾਲ ਸਿੰਘ ਦਾ ਕਥਨ ਆਪਾਂ ਪੜ੍ਹਨ ਲੱਗੇ ਹਾਂ, ਜ਼ਰਾ ਕੁ ਹੂਬਹੂ ਨੋਟ ਕਰ ਲਿਓ। ਅੰਮ੍ਰਿਤਾ ਪ੍ਰੀਤਮ ਦੀ ਪਹਿਲੇ ਪੜਾਅ ਦੀ ਕਵਿਤਾ ਵਿੱਚ ਗਿਆਨੀ ਕਰਤਾਰ ਸਿੰਘ ਹਿਤਕਾਰੀ, ਉਸ ਦੇ ਪਿਤਾ ਦੀ ਛਾਪ ਦਿਖਾਈ ਦਿੰਦੀ ਹੈ ਜਦ ਉਹ ਰਵਾਇਤੀ ਧਾਰਮਿਕ ਸਦਾਚਾਰਕ ਦਾਇਰੇ ਵਿੱਚ ਵਿਚਰਦੀ ਹੈ। ਹਵਾਲਾ ਵੀ ਨੋਟ ਕਰ ਲਵੋ। ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ 2006 ਵਿੱਚ ਪ੍ਰਕਾਸ਼ਿਤ ਹੋਇਆ ਸੀ। ਪੇਜ ਨੰਬਰ 127 ਤੇ ਇਹ ਅੰਕਿਤ ਆ। ਕਲੀਅਰ ਹੈ ਜੀ। ਤੇ ਅੰਮ੍ਰਿਤਾ ਪ੍ਰੀਤਮ ਦਾ ਕਥਨ ਆਪਾਂ ਉਸ ਦੀ ਆਪਣੀ ਸਵੈ ਜੀਵਨੀ ਰਸੀਦੀ ਟਿਕਟ ਵਿੱਚ ਲਿਖਿਆ ਹੋਇਆ ਵੀ ਕੋਡ ਕਰ ਰਹੇ ਹਾਂ। ਮੈਂ ਹੂਬਹੂ ਪੜ੍ਹਨ ਲੱਗਿਆ ਆ, ਜ਼ਰਾ ਧਿਆਨ ਦਿਓ। ਨੰਦ ਸਾਧੂ ਮੇਰੇ ਪਿਤਾ, ਨੰਦ ਨੇ ਗ੍ਰਹਿਸਥ ਆਸ਼ਰਮ ਜਦੋਂ ਕਬੂਲਿਆ, ਆਪਣਾ ਨਾਂ ਕਰਤਾਰ ਸਿੰਘ ਰੱਖਿਆ। ਕਵਿਤਾ ਲਿਖਦੇ ਸਨ, ਇਸ ਲਈ ਇੱਕ ਤਖੱਲਸ ਵੀ ਸੀ। ਪਿਊਖ ਪੱਪੇ ਨੂੰ ਵਿਹਾਰੀ, ਯਈਏ ਦੁਲੈਂਕੜ ਖੱਖਾ। ਇਹ ਉਹਦੇ ਫਾਦਰ ਨੇ ਆਪਣਾ ਤਖੱਲੁਸ ਰੱਖਿਆ ਸੀ ਪਹਿਲਾਂ। 10 ਵਰ੍ਹਿਆਂ ਪਿੱਛੋਂ ਜਦੋਂ ਮੈਂ ਜੰਮੀ, ਅੰਮ੍ਰਿਤਾ ਪ੍ਰੀਤਮ ਕਹਿ ਰਹੀ ਆ, ਉਹਨਾਂ ਨੇ ਪਿਊਖ ਲਫ਼ਜ਼ ਨੂੰ ਪੰਜਾਬੀ ਵਿੱਚ ਉਲਾਥਾ ਕੇ, ਮਤਲਬ ਉਹਦਾ ਤਰਜਮਾ ਕਰਕੇ ਮੇਰਾ ਨਾਂ ਅੰਮ੍ਰਿਤ ਰੱਖ ਦਿੱਤਾ। ਠੀਕ ਹੈ ਜੀ। ਭਾਵ ਕਿ ਪਿਊਖ ਦਾ ਮਤਲਬ ਪੰਜਾਬੀ ਦੇ ਵਿੱਚ ਅੰਮ੍ਰਿਤ ਨਿਕਲਦਾ ਆ, ਜੋ ਉਹਨੇ ਆਪਣੀ ਕੁੜੀ ਦਾ ਨਾਮ ਰੱਖ ਦਿੱਤਾ। ਤੇ ਆਪਣਾ ਤਖੱਲਸ, ਤਖੱਲਸ ਦਾ ਭਾਵ ਹੁੰਦਾ ਉਪਨਾਮ, ਜਿਹਨੂੰ ਆਪਾਂ ਸਾਹਿਤਕ ਨਾਮ ਕਹਿੰਦੇ ਆ, ਹਿਤਕਾਰੀ ਰੱਖ ਲਿਆ। ਰਸੀਦੀ ਟਿਕਟ ਦੇ ਪੇਜ ਨੰਬਰ 11 ਦੇ ਉੱਤੇ ਇਹ ਕਥਨ ਅੰਕਿਤ ਆ। ਤੁਸੀਂ ਇਹਨੂੰ ਵੀ ਨੋਟ ਕਰ ਲਵੋ, ਬਹੁਤ ਲਾਜ਼ਮੀ ਆ। ਤੇ ਪਿਆਰੇ ਵਿਦਿਆਰਥੀਓ, ਜੇਕਰ ਆਪਾਂ ਅੱਗੇ ਤੁਰੀਏ ਤਾਂ ਸ਼ੁਰੂ ਦੀਆਂ ਕਵਿਤਾਵਾਂ ਬਾਰੇ ਅੰਮ੍ਰਿਤਾ ਪ੍ਰੀਤਮ ਲਿਖਦੀ ਹੈ ਕਿ 2 ਸਾਲ ਮੇਰਾ ਖਿਆਲ ਹੈ ਮੈਂ ਕੋਈ ਅਜਿਹੀ ਕਵਿਤਾ ਨਹੀਂ ਲਿਖੀ ਹੋਣੀ ਜੋ ਪਿਤਾ ਜੀ ਕੋਲੋਂ ਠੀਕ ਕਰਵਾਉਣ ਤੋਂ ਬਗੈਰ ਪ੍ਰੈਸ ਨੂੰ ਦਿੱਤੀ ਹੋਵੇ। 2 ਸਾਲਾਂ ਤੋਂ ਬਾਅਦ ਇੰਜ ਹੋਇਆ ਕਿ ਮੈਂ ਜਿਸ ਤਰ੍ਹਾਂ ਕਵਿਤਾ ਲਿਖਣੀ, ਉਹਨਾਂ ਨੇ ਉਸੇ ਤਰ੍ਹਾਂ ਪ੍ਰੈਸ ਨੂੰ ਭੇਜ ਦੇਣੀ। ਇਹ ਸ਼ਾਇਦ ਇਸ ਲਈ ਕਿ ਮੇਰੇ ਵਿੱਚ ਸਵੈ ਵਿਸ਼ਵਾਸ ਪੈਦਾ ਹੋ ਜਾਵੇ। ਇਹ ਗੱਲ ਅੰਮ੍ਰਿਤਾ ਪ੍ਰੀਤਮ ਆਪਣੇ ਮੂੰਹੋਂ ਕਹਿੰਦੀ ਆ। ਅੰਮ੍ਰਿਤਾ ਪ੍ਰੀਤਮ ਦੇ ਨਾਵਲ ਮੂਲ ਰੂਪ ਵਿੱਚ ਉਸਦੇ ਕਾਵ ਅਨੁਭਵ ਦਾ ਹੀ ਗਲਪੀ ਕਰਨਿਆ। ਇਹ ਨੁਕਤਾ ਬਹੁਤ ਅਹਿਮ ਆ, ਨੋਟ ਕਰ ਲਓ ਵਿਦਿਆਰਥੀਓ। ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਦੀਆਂ ਨਾਇਕਾਵਾਂ ਉਸ ਦੇ ਆਪਣੇ ਭਾਵ ਜਗਤ ਦੀਆਂ ਵਸਨੀਕ ਜਾਪਦੀਆਂ ਆ। ਇਹ ਵੀ ਇੱਕ ਲਾਜ਼ਮੀ ਨੁਕਤਾ ਆ। ਅੰਮ੍ਰਿਤਾ ਪ੍ਰੀਤਮ ਪੰਜਾਬੀ ਨਾਵਲ ਦੇ ਖੇਤਰ ਵਿੱਚ ਆਪਣਾ ਪ੍ਰਵੇਸ਼ ਦੂਜੇ ਦੌਰ ਵਿੱਚ ਹੀ ਕਰ ਚੁੱਕੀ ਮੰਨੀ ਜਾਂਦੀ ਆ। ਠੀਕ ਹੈ ਜੀ। ਹੁਣ ਦੂਜਾ ਦੌਰ ਜਿਹੜਾ ਆ 1935 ਤੋਂ ਸ਼ੁਰੂ ਹੋ ਕੇ 1965 ਤੱਕ ਚੱਲਦਾ ਆ, ਪਰ ਉਸ ਦੀਆਂ ਜ਼ਿਆਦਾਤਰ ਨਾਵਲੀ ਰਚਨਾਵਾਂ ਤੀਜੇ ਦੌਰ ਅਰਥਾਤ 1965 ਤੋਂ ਲੈ ਕੇ 1985 ਦੇ ਕਾਲਖੰਡ ਵਿੱਚ ਹੀ ਸਾਹਮਣੇ ਆਉਂਦੀਆਂ ਹਨ। ਇਹ ਵੀ ਤੁਸੀਂ ਨੁਕਤਾ ਜਿਹੜਾ ਆ ਨੋਟ ਕਰਕੇ ਹਵਾਲਾ ਨੋਟ ਕਰੋ ਜੀ। ਗੁਰਪਾਲ ਸਿੰਘ ਸੰਧੂ ਹੋਰਾਂ ਨੇ ਲਿਖਿਆ ਆ, ਪੁਸਤਕ ਹੈ ਪੰਜਾਬੀ ਨਾਵਲ ਦਾ ਇਤਿਹਾਸ, ਪੇਜ ਨੰਬਰ 78-79 ਦੇ ਉੱਤੇ। ਠੀਕ ਹੈ ਜੀ। ਤੇ ਜੇਕਰ ਆਪਾਂ ਕੁਝ ਹੋਰ ਨੁਕਤਿਆਂ ਦੀ ਗੱਲ ਕਰੀਏ ਤਾਂ ਸੁਰਜੀਤ ਸਿੰਘ ਭੱਟੀ ਦਾ ਕਥਨ ਮੈਂ ਹੂਬਹੂ ਪੜ੍ਹਨ ਲੱਗਾ ਆ, ਨੋਟ ਕਰਿਓ।
ਪੰਜਾਬੀ ਸਾਹਿਤ ਜਗਤ ਵਿੱਚ ਅੰਮ੍ਰਿਤਾ ਪ੍ਰੀਤਮ ਇੱਕ ਵਿਲੱਖਣ ਭਾਂਤ ਦੀ ਨਾਵਲਕਾਰਾ ਇਸ ਕਰਕੇ ਵੀ ਮੰਨੀ ਜਾਂਦੀ ਹੈ ਕਿਉਂਕਿ ਉਸ ਦੇ ਨਾਵਲਾਂ ਦੇ ਬਿਰਤਾਂਤ ਵਿੱਚ ਹੀ ਭਾਵੁਕ ਅਤੇ ਕਾਵਕ ਅੰਸ਼ਾਂ ਦੀ ਭਰਮਾਰ ਮਿਲਦੀ ਹੈ। ਇਸੇ ਕਾਰਨ ਉਸ ਦੀ ਨਾਵਲਕਾਰੀ ਦੀ ਇਸ ਵਿਲੱਖਣਤਾ ਦੇ ਫਲ ਸਰੂਪ ਉਸ ਦੇ ਨਾਵਲਾਂ ਨੂੰ ਸੂਖਮ ਭਾਵੀ ਔਰਤਾਂ ਦੀ ਪੇਸ਼ਕਾਰੀ ਕਰਨ ਵਾਲੇ ਨਾਵਲਾਂ ਵਿੱਚ ਵਿਸ਼ੇਸ਼ ਥਾਂ ਮਿਲਦੀ ਹੈ। ਹੁਣ ਤੁਸੀਂ ਕਹੋਗੇ ਕਿ ਹਵਾਲਾ ਦੱਸੋ, ਤਾਂ ਲਿਖੋ ਜੀ, ਵਾਦ ਚਿੰਤਨ पेज नंबर 119 120 ਤੇ ਇਹ ਦਰਜ ਆ। ਤੇ ਇਸੇ ਤਰ੍ਹਾਂ ਹੀ ਅਗਲਾ ਨੁਕਤਾ ਬੜਾ ਅਹਿਮ ਆ। ਰਚਨਾ ਦ੍ਰਿਸ਼ਟੀ ਤੋਂ ਅੰਮ੍ਰਿਤਾ ਪ੍ਰੀਤਮ ਪ੍ਰਗਤੀਵਾਦੀ ਪ੍ਰਗਤੀਵਾਦੀ ਰੋਮਾਂਸਵਾਦੀ ਧਾਰਾ ਦੀ ਪ੍ਰਮੁੱਖ ਲੇਖਿਕਾ ਵਜੋਂ ਪੰਜਾਬੀ ਸਾਹਿਤ ਵਿੱਚ ਆਪਣਾ ਸਥਾਨ ਸਥਾਪਿਤ ਕਰਦੀ। ਤੇ ਪਿਆਰੇ ਵਿਦਿਆਰਥੀਓ, ਹੁਣ ਆਪਾਂ ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਦੀ ਗੱਲ ਕਰਦੇ ਹਾਂ। ਪਹਿਲਾਂ ਜਾਣਦੇ ਹਾਂ ਕਿਹੜੇ ਕਿਹੜੇ ਨਾਵਲ ਸੀਗੇ। ਜੈ ਸ਼੍ਰੀ ਅੰਮ੍ਰਿਤਾ ਪ੍ਰੀਤਮ ਦਾ ਸਭ ਤੋਂ ਪ੍ਰਥਮ ਪਹਿਲਾ ਨਾਵਲ ਆ ਜੋ 1946 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਡਾਕਟਰ ਦੇਵ 1949 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਅੰਮ੍ਰਿਤਾ ਪ੍ਰੀਤਮ ਦਾ ਦੂਜਾ ਨਾਵਲ ਆ। ਪਿੰਜਰ 1950 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਤੇ ਪਿੰਜਰ ਨਾਵਲ ਬੜਾ ਅਹਿਮ ਆ। ਇਸ ਨਾਵਲ ਦੇ ਅਨੁਵਾਦ ਹਿੰਦੀ ਵਿੱਚ ਵੀ ਹੋਏ, ਗੁਜਰਾਤੀ, ਉਰਦੂ, ਮਰਾਠੀ, ਅੰਗਰੇਜ਼ੀ, ਮਲਿਆਲਮ, ਇੰਡੋਨੇਸ਼ੀਅਨ ਤੇ ਡੱਚ ਭਾਸ਼ਾਵਾਂ ਦੇ ਵਿੱਚ ਪਿੰਜਰ ਨਾਵਲ ਜੋ ਅੰਮ੍ਰਿਤਾ ਪ੍ਰੀਤਮ ਨੇ 1950 ਵਿੱਚ ਛਪਵਾਇਆ ਸੀ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋਇਆ। ਆਲਣਾ 1952 ਵਿੱਚ ਸਾਡੇ ਸਾਹਮਣੇ ਆਉਂਦਾ ਆ। ਇਹਦਾ ਅਨੁਵਾਦ ਹਿੰਦੀ ਤੇ ਉਰਦੂ ਭਾਸ਼ਾਵਾਂ ਵਿੱਚ ਹੋਇਆ। ਅਸ਼ੂ ਨਾਵਲ 1958 ਵਿੱਚ ਪ੍ਰਕਾਸ਼ਿਤ ਹੋਇਆ। ਇਹਦਾ ਅਨੁਵਾਦ ਵੀ ਹਿੰਦੀ ਤੇ ਉਰਦੂ ਭਾਸ਼ਾਵਾਂ ਵਿੱਚ ਹੋਇਆ। ਇੱਕ ਸਵਾਲ 1959 ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ ਤੇ ਉਰਦੂ ਭਾਸ਼ਾਵਾਂ ਵਿੱਚ ਵੀ ਅਨੁਵਾਦਿਤ ਹੋਇਆ। ਬੁਲਾਵਾ ਨਾਵਲ 1960 ਵਿੱਚ ਪ੍ਰਕਾਸ਼ਿਤ ਹੋਇਆ। ਇਹ ਵੀ ਹਿੰਦੀ ਤੇ ਉਰਦੂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਗਿਆ ਬਾਅਦ ਵਿੱਚ। ਜੇਕਰ ਆਪਾਂ ਅਗਲੇ ਨਾਵਲ ਬੰਦ ਦਰਵਾਜ਼ਾ ਦੀ ਗੱਲ ਕਰੀਏ ਤਾਂ 1961 ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ, ਉਰਦੂ, ਕੰਨੜ, ਮਰਾਠੀ ਤੇ ਸਿੰਧੀ ਭਾਸ਼ਾਵਾਂ ਦੇ ਵਿੱਚ ਬਾਅਦ ਵਿੱਚ ਅਨੁਵਾਦ ਹੋਇਆ। ਤੇ ਪਿਆਰੇ ਵਿਦਿਆਰਥੀਓ, ਰੰਗ ਦਾ ਪੱਤਾ 1963 ਵਿੱਚ ਪ੍ਰਕਾਸ਼ਿਤ ਹੋਇਆ ਤੇ ਹਿੰਦੀ ਤੇ ਉਰਦੂ ਵਿੱਚ ਅਨੁਵਾਦ ਹੋਇਆ। ਤੇ ਇਸੇ ਤਰ੍ਹਾਂ ਹੀ ਅੰਮ੍ਰਿਤਾ ਪ੍ਰੀਤਮ ਦਾ ਇੱਕ ਅਗਲਾ ਨਾਵਲ ਇੱਕ ਸੀ ਅਨੀਤਾ 1964 ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ, ਉਰਦੂ, ਅੰਗਰੇਜ਼ੀ ਤੇ ਮਰਾਠੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ। ਚੱਕ ਨੰਬਰ 36 1964 ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ, ਉਰਦੂ, ਅੰਗਰੇਜ਼ੀ ਤੇ ਮਰਾਠੀ ਭਾਸ਼ਾਵਾਂ ਦੇ ਵਿੱਚ ਬਾਅਦ ਵਿੱਚ ਅਨੁਵਾਦਿਤ ਵੀ ਹੋਇਆ। ਤੇ ਇਸੇ ਤਰ੍ਹਾਂ ਹੀ ਧਰਤੀ, ਸਾਗਰ ਤੇ ਸਿੱਪੀਆਂ ਨਾਵਲ 1965 ਵਿੱਚ ਪ੍ਰਕਾਸ਼ਿਤ ਹੋਇਆ। ਇਹ ਹਿੰਦੀ, ਉਰਦੂ ਤੇ ਮਰਾਠੀ ਵਿੱਚ ਅਨੁਵਾਦ ਵੀ ਹੋਇਆ। ਦਿੱਲੀ ਦੀਆਂ ਗਲੀਆਂ ਅਹਿਮ ਨਾਵਲ 1968 ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ ਤੇ ਮਰਾਠੀ ਭਾਸ਼ਾ ਵਿੱਚ ਅਨੁਵਾਦ ਹੋਇਆ। ਏਕਤਾ ਅਤੇ ਏਰੀਅਲ ਦੋਵੇਂ ਨਾਵਲੈਟ 1969 ਵਿੱਚ ਪ੍ਰਕਾਸ਼ਿਤ ਹੋਏ ਜੋ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਅਨੁਵਾਦ ਹੋਏ ਸੀ। ਤੇ ਇਸੇ ਤਰ੍ਹਾਂ ਹੀ ਜਲਾਵਤਨ 1970 ਵਿੱਚ ਪ੍ਰਕਾਸ਼ਿਤ ਹੁੰਦਾ ਆ ਤੇ ਹਿੰਦੀ ਤੇ ਅੰਗਰੇਜ਼ੀ ਵਿੱਚ ਅਨੁਵਾਦ ਵੀ ਹੋਇਆ। ਯਾਤਰੀ ਨਾਵਲ 1971 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ, ਅੰਗਰੇਜ਼ੀ, ਬੰਗਾਲੀ ਤੇ ਮਲਿਆਲਮ ਦੇ ਵਿੱਚ ਅਨੁਵਾਦ ਹੋਇਆ। ਜੇਬ ਕਤਰੇ ਨਾਵਲ 1971 ਵਿੱਚ ਹੀ ਪ੍ਰਕਾਸ਼ਿਤ ਹੋਇਆ ਜੋ ਹਿੰਦੀ, ਉਰਦੂ, ਅੰਗਰੇਜ਼ੀ, ਮਲਿਆਲਮ ਤੇ ਕੰਨੜ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ। ਪੱਕੀ ਹਵੇਲੀ 1972 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ ਤੇ ਮਲਿਆਲਮ ਦੋਵਾਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਜਾਂ ਟਰਾਂਸਲੇਟ ਹੋਇਆ ਬਾਅਦ ਵਿੱਚ। ਤੇ ਅਗਲਾ ਨਾਵਲ ਨੋਟ ਕਰੋ ਜੀ, ਅੱਕ ਦਾ ਬੂਟਾ 1972 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ। ਅੱਗ ਦੀ ਲਕੀਰ ਨਾਵਲ 1973 ਵਿੱਚ ਸਾਹਮਣੇ ਆਉਂਦਾ ਆ ਜੋ ਹਿੰਦੀ ਵਿੱਚ ਅਨੁਵਾਦ ਹੋਇਆ ਸੀ। ਤੇ ਕੱਚੀ ਸੜਕ 1974 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਜੋ ਹਿੰਦੀ ਵਿੱਚ ਅਨੁਵਾਦ ਹੋਇਆ। ਕੋਈ ਨਹੀਂ ਜਾਣਦਾ 1975 ਈਸਵੀ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਵਲ ਪ੍ਰਕਾਸ਼ਿਤ ਹੋਇਆ ਜੋ ਬਾਅਦ ਵਿੱਚ ਹਿੰਦੀ ਤੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ। ਉਹਨਾਂ ਦੀ ਕਹਾਣੀ 1975 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਨਾਵਲ ਆ। ਇਹ ਹਿੰਦੀ ਵਿੱਚ ਅਨੁਵਾਦ ਕੀਤਾ ਗਿਆ ਮਗਰੋਂ ਇਹ ਸੱਚ ਹੈ 1977 ਈਸਵੀ ਵਿੱਚ
ਸਾਹਮਣੇ ਆਉਂਦਾ ਅਮ੍ਰਿਤਾ ਪ੍ਰੀਤਮ ਦਾ ਅਗਲਾ ਨਾਵਲ ਆ, ਜੋ ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਨਾਲ ਬਲਗਾਰੀਅਨ, ਮਲਿਆਲਮ ਤੇ ਫ੍ਰੈਂਚ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ। 13ਵਾਂ ਸੂਰਜ ਜਾਂ 13ਵਾਂ ਦਿਨ ਵੀ ਕਹਿ ਦਿੰਦੇ ਆ। ਇਹ ਨਾਵਲ 1977 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ, ਜੋ ਹਿੰਦੀ, ਉਰਦੂ ਤੇ ਮਰਾਠੀ ਵਿੱਚ ਪ੍ਰਕਾਸ਼ਿਤ ਬਾਅਦ ਵਿੱਚ ਅਨੁਵਾਦ ਹੋ ਕੇ ਕਰਵਾਇਆ ਗਿਆ। ਤੇ 49 ਦਿਨ ਇਹ ਇੱਕ ਮਿਥਿਹਾਸਕ ਨਾਵਲ ਆ, ਜੋ 1978 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਹਿੰਦੀ, ਅੰਗਰੇਜ਼ੀ, ਮਰਾਠੀ ਤੇ ਮਲਿਆਲਮ ਭਾਸ਼ਾਵਾਂ ਵਿੱਚ ਵੀ ਇਹਨੂੰ ਬਾਅਦ ਵਿੱਚ ਅਨੁਵਾਦ ਕੀਤਾ ਗਿਆ। ਤੇ ਕੋਰੇ ਕਾਗਜ਼ 1982 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਨਾਵਲ, ਹਿੰਦੀ, ਮਰਾਠੀ ਤੇ ਮਲਿਆਲਮ ਭਾਸ਼ਾਵਾਂ ਵਿੱਚ ਇਹਨਾਂ ਦਾ ਤਰਜਮਾ ਕੀਤਾ ਗਿਆ। ਤੇ ਇਹ ਨਾਵਲ ਤੋਂ ਬਾਅਦ ਧੁੱਪ ਦੀ ਕਾਤਰ 1969 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਹਾਲਾਂਕਿ ਇਹ ਆਪਾਂ ਪਹਿਲਾਂ ਇਹਦਾ ਜ਼ਿਕਰ ਕਰਨਾ ਸੀ, ਪਰ ਕੁਝ ਭੁਲੇਖਾ ਪੈਣ ਕਾਰਨ ਹੁਣ ਕਰ ਰਿਹਾ। ਤੁਸੀਂ ਤਰਤੀਬ ਵਿੱਚ ਲਿਖ ਲਿਓ, ਇਹ ਬਾਅਦ ਵਿੱਚ ਹਿੰਦੀ ਵਿੱਚ ਅਨੁਵਾਦ ਹੋਇਆ ਸੀ। ਦੂਸਰੀ ਮੰਜ਼ਿਲ ਇਹ ਸੱਚ ਹੈ ਵਿੱਚ ਹੀ ਸ਼ਾਮਲ ਨਾਵਲੇਟ ਆ, ਜੋ 1977 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਵੀ ਹਿੰਦੀ ਤੇ ਅੰਗਰੇਜ਼ੀ ਵਿੱਚ ਅਨੁਵਾਦਿਤ ਹੋਇਆ ਨਾਵਲੇਟ ਹੈ। ਠੀਕ ਹੈ ਜੀ, ਆਪਾਂ ਅੱਗੇ ਵੀ ਥੋੜੀ ਜਿਹੀ ਗੱਲ ਕਰਨੀ ਆ, ਕਿਉਂਕਿ ਹਰਦੱਤ ਦਾ ਜ਼ਿੰਦਗੀਨਾਮਾ 1983 ਵਿੱਚ ਅਮ੍ਰਿਤਾ ਪ੍ਰੀਤਮ ਦਾ ਲਿਖਿਆ ਨਾਵਲ ਸਾਹਮਣੇ ਆਉਂਦਾ ਆ। ਇਹ ਹਿੰਦੀ, ਉਰਦੂ, ਮਲਿਆਲਮ, ਮਰਾਠੀ ਭਾਸ਼ਾਵਾਂ ਵਿੱਚ ਅਨੁਵਾਦਿਤ ਹੋਇਆ। ਨਾ ਰਾਧਾ ਨਾ ਰੁਕਮਣੀ 1984 ਈਸਵੀ ਵਿੱਚ ਅਮ੍ਰਿਤਾ ਪ੍ਰੀਤਮ ਦਾ ਲਿਖਿਆ ਨਾਵਲ ਪ੍ਰਕਾਸ਼ਿਤ ਹੋਇਆ, ਜੋ ਹਿੰਦੀ ਵਿੱਚ ਅਨੁਵਾਦ ਕੀਤਾ ਗਿਆ ਸਾਨੂੰ ਮਿਲਦਾ ਆ। ਏਕ ਸੀ ਸਾਰਾ ਇਹ ਅਮ੍ਰਿਤਾ ਪ੍ਰੀਤਮ ਨੇ ਹਿੰਦੀ ਵਿੱਚ ਹੀ ਲਿਖਿਆ, 1986 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਤੇ ਉਰਦੂ ਵਿੱਚ ਇਹ ਅਨੁਵਾਦ ਕੀਤਾ ਗਿਆ ਸੀ। ਠੀਕ ਹੈ ਜੀ, ਮੇਰੇ ਖਿਆਲ ਨਾਲ ਤੁਸੀਂ ਅੱਜ ਬੜਾ ਕੁਝ ਸਿੱਖ ਰਹੇ ਹੋਵੋਗੇ। ਖਾਸ ਤੌਰ ਤੇ ਇਹ ਮੌਲਿਕ ਪੰਜਾਬੀ ਦੇ ਨਾਵਲ ਤੁਸੀਂ ਵੇਖੋ ਦੁਨੀਆ ਦੀਆਂ ਕਿਹੜੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਏ। ਇਹ ਅਮ੍ਰਿਤਾ ਪ੍ਰੀਤਮ ਹੀ ਨਹੀਂ, ਬਾਕੀ ਦੇਸ਼ਾਂ ਦੇ ਵਿੱਚ, ਬਾਕੀ ਲੋਕਾਂ ਦੇ ਵਿੱਚ ਗਈ ਪੰਜਾਬੀ ਸਾਹਿਤ ਵੀ ਗਿਆ ਆ। ਸਾਡੇ ਲਈ ਫਖਰ ਵਾਲੀ ਗੱਲ ਆ। ਤੇ ਪਿਆਰੇ ਵਿਦਿਆਰਥੀਓ, ਆਪਾਂ ਹੁਣ ਇੱਕ ਡਾਇਗਰਾਮ ਤਿਆਰ ਕਰਨਾ ਆ। ਸਭ ਤੋਂ ਪਹਿਲਾਂ ਲਿਖ ਲਓ ਨਾਵਲ, ਉਸ ਤੋਂ ਅੱਗੇ ਲਿਖ ਲਓ ਨਾਵਲ ਦੇ ਪਾਤਰ, ਉਸ ਤੋਂ ਅੱਗੇ ਲਿਖ ਲਓ ਨਾਵਲ ਦਾ ਕੇਂਦਰੀ ਬਿੰਦੂ ਜਾਂ ਵਿਸ਼ਾ। ਠੀਕ ਹੈ ਜੀ, ਹੁਣ ਮੈਂ ਨਾਵਲ ਬੋਲੂੰਗਾ, ਉਹਦੇ ਪਾਤਰਾਂ ਦੇ ਨਾਮ ਬੋਲ ਦੂੰਗਾ, ਫਿਰ ਵਿਸ਼ਾ ਬੋਲ ਦੂੰਗਾ। ਤੁਹਾਨੂੰ ਯਾਦ ਕਰਨਾ ਸੌਖਾ ਹੋ ਜਾਊਗਾ। ਚਲੋ ਫਿਰ ਲਿਖੋ। ਪਹਿਲਾ ਨਾਵਲ ਲਿਖੋ ਜੀ, ਜੈ ਸ਼੍ਰੀ। ਤੇ ਪਾਤਰ ਹੈਗੇ ਆ ਜੈ ਸ਼੍ਰੀ ਸੁਰੇਸ਼ਰ, ਇਹਦੇ ਪਾਤਰ ਨੇ। ਇਹ ਅਮ੍ਰਿਤਾ ਪ੍ਰੀਤਮ ਦਾ ਪਹਿਲਾ ਨਾਵਲ ਆ, ਸ਼ਹਿਰੀ ਜੀਵਨ ਨਾਲ ਸੰਬੰਧਿਤ ਆ ਤੇ ਦਾਜ ਦੀ ਸਮੱਸਿਆ ਇਹਦੇ ਵਿੱਚ ਉਜਾਗਰ ਹੁੰਦੀ ਦਿਖਾਈ ਗਈ ਆ। ਦੂਜਾ ਨਾਵਲ ਡਾਕਟਰ ਦੇਵ ਆ, ਇਹਦੇ ਪਾਤਰ ਡਾਕਟਰ ਦੇਵ, ਮਮਤਾ, ਜਗਦੀਸ਼ ਤੇ ਮੰਨੂ। ਇਹਦਾ ਵਿਸ਼ਾ ਲਿਖੋ ਪਿਆਰ, ਵਿਆਹ, ਜਿਹਨੂੰ ਆਪਾਂ ਗੰਧਰਵ ਵਿਆਹ ਕਹਿ ਦਿੰਦੇ ਆ, ਲੁਕ ਛਿਪ ਕੇ ਵਿਆਹ ਕਰਨਾ, ਜੋ ਪਰਿਵਾਰ ਨੂੰ ਬਾਅਦ ਵਿੱਚ ਮਨਜ਼ੂਰ ਨਹੀਂ ਹੁੰਦਾ। ਉਸ ਤੋਂ ਬਾਅਦ ਦੁਖਾਂਤ, ਪਿਆਰ ਘਟਨਾਵਾਂ ਨੂੰ ਆਦਰਸ਼ਕ ਰੂਚੀ ਰਾਹੀਂ ਸੁਖਾਂਤ ਬਣਾ ਕੇ ਅਮ੍ਰਿਤਾ ਪ੍ਰੀਤਮ ਨੇ ਨਾਵਲ ਵਿੱਚ ਪੇਸ਼ ਕੀਤਾ ਆ। ਤੇ ਅਗਲਾ ਨਾਵਲ ਹੈ ਜੀ ਪਿੰਜਰ। ਇਹਦੇ ਪਾਤਰ ਵੀ ਤੁਸੀਂ ਨੋਟ ਕਰ ਲਵੋ। ਪੂਰੋ, ਜਿਹਦਾ ਬਾਅਦ ਵਿੱਚ ਨਾਮ ਨਾਵਲ ਵਿੱਚ ਹੀ ਹਮੀਦਾ ਰੱਖਿਆ ਜਾਂਦਾ ਆ। ਅਗਲਾ ਪਾਤਰ ਹੈ ਰਸ਼ੀਦ ਤੇ ਉਸ ਤੋਂ ਅਗਲਾ ਪਾਤਰ ਹੈ ਰਾਮਚੰਦ, ਲਾਜੋ, ਤ੍ਰਿਲੋਕ, ਰੱਜੋ, ਤਾਰਾ ਜਿਹੜੀ ਆ ਉਹ ਪੂਰੋ ਦੀ ਮਾਂ ਨਾਵਲ ਦੇ ਵਿੱਚ ਪੇਸ਼ ਹੁੰਦੀ ਆ। ਤੇ ਮੋਹਨ ਲਾਲ ਪੂਰੋ ਦਾ ਪਿਤਾ ਆ। ਸ਼ਿਆਮ ਲਾਲ, ਪਗਲੀ ਤੇ ਜਾਵੇਦ ਇਹ ਇਸ ਨਾਵਲ ਦੇ ਪ੍ਰਮੁੱਖ ਪਾਤਰ ਆ। ਇਹ ਨਾਵਲ ਬਹੁਤ ਅਹਿਮ ਆ, ਇਹਨੂੰ 15-20 ਸਟਾਰ ਵੀ ਪਾ ਲਓਗੇ, ਥੋੜ੍ਹੇ ਆ। ਇਸ ਕਰਕੇ ਇਹ ਨਾਵਲ ਨੂੰ ਤੁਸੀਂ ਜ਼ਿਹਨ ਦੇ ਵਿੱਚ ਵਸਾ ਲਓ, ਪਿੰਜਰ। ਤੇ ਇਹਦੇ ਪਾਤਰਾਂ ਨੂੰ ਵੀ। ਇਹ ਜਿਹੜਾ ਨਾਵਲ ਆ ਦੇਸ਼ ਵੰਡ ਤੇ ਆਧਾਰਿਤ ਨਾਵਲ ਆ, ਵੈਰੀ ਇੰਪੋਰਟੈਂਟ। ਔਰਤ ਦੀ ਤਰਾਸਦਿਕ ਸਥਿਤੀ ਨੂੰ ਪੇਸ਼ ਕਰਦਾ ਇਹ ਨਾਵਲ ਜਿਹੜਾ ਆ ਅਮ੍ਰਿਤਾ ਪ੍ਰੀਤਮ ਦਾ ਇੱਕ ਪ੍ਰਮੁੱਖ ਨਾਵਲ ਆ। ਅਗਲਾ ਅਮ੍ਰਿਤਾ ਪ੍ਰੀਤਮ ਦਾ ਨਾਵਲ ਹੈ ਜੀ ਆਲਣਾ। ਇਹਦੇ ਪਾਤਰ ਨੋਟ ਕਰੋ, ਰਜਵੰਤੀ, ਡਾਕਟਰ ਸਲੂਜਾ, ਤੇਜ, ਨੀਨਾ, ਵੀਣਾ, ਦੇਵਰਾਜ ਅਤੇ ਕ੍ਰਿਸ਼ਨਾ ਇਹ ਨਾਵਲ ਦੇ ਪ੍ਰਮੁੱਖ ਪਾਤਰ ਨੇ।
ਤੇ ਆਪਾਂ ਇਹਦਾ ਹੁਣ ਵਿਸ਼ਾ ਨੋਟ ਕਰਨਾ ਆ। ਇਹ ਇੱਕ ਦੁਖਾਂਤਕ ਨਾਵਲ ਆ। ਪਹਿਲੀ ਗੱਲ ਤਾਂ ਤ੍ਰਿਕੋਣੇ ਪਿਆਰ ਦੀ ਗਾਥਾ ਇਹਦੇ ਵਿੱਚ ਪੇਸ਼ ਹੋਈ ਆ। ਅਸਫਲ ਪਿਆਰ ਦੀਆਂ ਅਤ੍ਰਿਪਤੀਆਂ ਦੀ ਪੇਸ਼ਕਾਰੀ ਨਾਵਲ ਦੇ ਵਿੱਚ ਵੇਖਣ ਨੂੰ ਮਿਲਦੀ ਆ। ਤੇ ਅਗਲਾ ਨਾਵਲ ਹੈ ਜੀ ਅਸ਼ੂ, ਆੜਾ ਸੱਸੇ ਪੈਰ ਬਿੰਦੀ ਦੋ ਲੈਂਕੜ। ਅਸ਼ੂ ਇਹਦਾ ਪਾਤਰ ਆ, ਤਾਰਾ ਵੀ ਇਸ ਨਾਵਲ ਦਾ ਪਾਤਰ ਆ, ਕਵੀ ਰਾਜਨ ਵੀ ਇਸੇ ਨਾਵਲ ਦਾ ਹੀ ਪਾਤਰ ਆ। ਤੇ ਜੇਕਰ ਆਪਾਂ ਵਿਸ਼ੇ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਲਿਖੋ ਇਹ ਸੁਖਾਂਤ ਨਾਵਲ ਆ। ਚਰਿੱਤਰ ਪ੍ਰਧਾਨ ਨਾਵਲ ਵੀ ਇਹਨੂੰ ਕਿਹਾ ਜਾਂਦਾ ਆ। ਤੇ ਔਰਤ ਦੇ ਪਿਆਰ ਦੀ ਰੋਮਾਂਚਕ ਕਥਾ ਇਸ ਨਾਵਲ ਦੇ ਵਿੱਚ ਸਾਹਮਣੇ ਆਉਂਦੀ ਆ। ਇੱਕ ਸਵਾਲ ਅੰਮ੍ਰਿਤਾ ਪ੍ਰੀਤਮ ਦਾ ਅਗਲਾ ਨਾਵਲ ਆ। ਇਹਦੇ ਪਾਤਰ ਜਗਦੀਪ, ਨੂਰਾਂ ਤੇ ਰੇਖਾ ਪ੍ਰਮੁੱਖ ਨੇ। ਚਿੱਤਰਕਾਰ ਤੇ ਕਵਿੱਤਰੀ ਦੀ ਕਰੁਣਾਮਈ ਸਥਿਤੀ ਜਾਂ ਹਾਲਤ ਨੂੰ ਇਹ ਨਾਵਲ ਦਰਸਾਉਂਦਾ ਆ। ਬਾਲ ਸੁਭਾਅ ਦੀ ਪੇਸ਼ਕਾਰੀ ਵੀ ਇਸ ਨਾਵਲ ਦੇ ਵਿੱਚ ਹੋਈ ਆ। ਦੁਖਾਂਤਕ ਨਾਵਲ ਆ ਇਹ, ਤੇ ਅਤ੍ਰਿਪਤੀਆਂ ਦਾ ਨਾਵਲੀ ਬਰਤਾਂਤ ਸਿਰਜਿਆ ਗਿਆ ਆ। ਵੈਰੀ ਇੰਪੋਰਟੈਂਟ। ਤੇ ਜੇਕਰ ਆਪਾਂ ਅੰਮ੍ਰਿਤਾ ਪ੍ਰੀਤਮ ਦੇ ਅਗਲੇ ਨਾਵਲ ਬੁਲਾਵਾ ਦੀ ਗੱਲ ਕਰੀਏ ਤਾਂ ਇਹ ਜੋ ਨਾਵਲ ਆ ਨਾਇਕ ਪ੍ਰਧਾਨ ਨਾਵਲ ਆ। ਕਲਾ ਤੇ ਕਲਾਕਾਰ ਦੇ ਸੰਬੰਧ ਨੂੰ ਦਰਸਾਉਂਦਾ ਨਾਵਲ ਆ। ਫੈਜ਼ ਜੋ ਬੰਬਈ ਦਾ ਮਸ਼ਹੂਰ ਆਰਟਿਸਟ ਆ, ਉਹਦੇ ਜੀਵਨ ਤੇ ਆਧਾਰਿਤ ਇਹ ਨਾਵਲ ਆ। ਤੇ ਇਸ ਨਾਵਲ ਦੇ ਪਾਤਰ ਫੈਜ਼, ਸੋਫੀ ਪ੍ਰਮੁੱਖ ਆ। ਇਹ ਨੋਟ ਕਰ ਲਵੋ। ਇਸੇ ਤਰ੍ਹਾਂ ਹੀ ਅੰਮ੍ਰਿਤਾ ਪ੍ਰੀਤਮ ਦਾ ਅਗਲਾ ਨਾਵਲ ਹੈ ਜੀ ਬੰਦ ਦਰਵਾਜ਼ਾ। ਬੰਦ ਦਰਵਾਜ਼ਾ ਦੇ ਪਾਤਰਾਂ ਦੇ ਨਾਮ ਨੋਟ ਕਰੋ। ਕੰਮੀ ਤੇ ਤਾਰੋ ਇਹ ਪ੍ਰਮੁੱਖ ਪਾਤਰ ਨੇ। ਵਿਸ਼ਾ ਔਰਤ ਦੀ ਤਰਾਸਦਿਕ ਹਾਲਤ ਨੂੰ ਬਿਆਨ ਕਰਦਾ ਆ। ਮਰਦ ਪ੍ਰਧਾਨ ਸਮਾਜ ਦੇ ਉੱਪਰ ਇਹ ਵਿਅੰਗ ਕੱਸਦਾ ਨਾਵਲ ਆ। ਅਗਲਾ ਨਾਵਲ ਹੈ ਜੀ ਰੰਗ ਦਾ ਪੱਤਾ। ਇਹਦੇ ਪਾਤਰ ਹੈਗੇ ਆ ਕੈਲੀ, ਦੀਪਕ, ਮਿੱਤਰੋ ਆਦਿ। ਤੇ ਬੇਮੇਲ ਵਿਆਹ ਦੀ ਸਮੱਸਿਆ ਦੁਆਲੇ ਇਹ ਨਾਵਲ ਘੁੰਮਦਾ ਆ। ਦਿੱਲੀ ਦੀਆਂ ਗਲੀਆਂ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਪ੍ਰਮੁੱਖ ਨਾਵਲ ਆ, ਜਿਹਦੇ ਵਿੱਚ ਨਾਸਿਰ, ਕਾਮਨੀ ਤੇ ਸੁਨੀਲ ਇਹ ਪਾਤਰ ਨੇ। ਸ਼ਹਿਰੀ ਜੀਵਨ ਨਾਲ ਸੰਬੰਧਿਤ ਇਹ ਨਾਵਲ ਮੁਟਿਆਰਾਂ ਨੂੰ ਵਰਗਲਾਉਣ ਵਾਲੀਆਂ ਘਟਨਾਵਾਂ ਦਾ ਵਿਵਰਣ ਕਰਦਾ ਨੇਤਰਗੋਚਰੇ ਹੁੰਦਾ ਨਾਵਲ ਆ। ਤੇ ਜੇਕਰ ਆਪਾਂ ਇੱਕ ਸੀ ਅਨੀਤਾ ਅਗਲੇ ਨਾਵਲ ਦੀ ਗੱਲ ਕਰੀਏ ਤਾਂ ਇਹਦੇ ਪਾਤਰ ਅਨੀਤਾ, ਸਾਗਰ, ਇਕਬਾਲ ਆ। ਪਾਤਰ ਪ੍ਰਧਾਨ ਨਾਵਲ ਆ। ਅਨੀਤਾ ਦੀਆਂ ਆਤ੍ਰਿਪਤੀਆਂ ਦਾ ਵਰਣਨ ਇਸ ਨਾਵਲ ਦੇ ਵਿੱਚ ਹੋਇਆ ਆ। ਠੀਕ ਹੈ ਜੀ। ਤੇ ਸਿੱਧੀ ਜੀ ਗੱਲ ਆ, ਔਰਤ ਦੇ ਦੁਖਾਂਤ ਨੂੰ ਪੇਸ਼ ਕਰਦਾ ਆ। ਚੱਕ ਨੰਬਰ 36 ਜਿਹੜਾ ਨਾਵਲ ਆ, ਇਹ ਵੀ ਨਾਵਲ ਜਿਹੜਾ ਪ੍ਰਮੁੱਖ ਆ। ਪਾਤਰ ਅਲਕਾ ਤੇ ਕੁਮਾਰ ਇਹਦੇ ਪ੍ਰਮੁੱਖ ਨੇ। ਔਰਤ ਦੁਆਲੇ ਘੁੰਮਦਾ ਇਹ ਨਾਵਲ। ਵਿਵਾਦਿਤ ਜਾਂ ਅਸ਼ਲੀਲ ਨਾਵਲ ਵੀ ਇਹਨੂੰ ਕਿਹਾ ਗਿਆ ਆ। ਦੂਸ਼ਣ ਤੇ ਸਰੀਰਕ ਖਿੱਚ ਦੀ ਪੇਸ਼ਕਾਰੀ ਇਸ ਨਾਵਲ ਦੇ ਵਿੱਚ ਹੋਈ ਆ। ਧਰਤੀ, ਸਾਗਰ ਤੇ ਸਿੱਪੀਆਂ ਨਾਵਲ ਦੇ ਪਾਤਰਾਂ ਦੇ ਨਾਮ ਨੋਟ ਕਰੋ। ਚੇਤਨਾ ਤੇ ਇਕਬਾਲ। ਵਿਸ਼ਾ ਔਰਤ ਦੇ ਪਿਆਰ ਸੰਬੰਧ ਤੇ ਵਿਆਹ ਦੀ ਆਜ਼ਾਦੀ ਦੁਆਲੇ ਘੁੰਮਦਾ ਇਹ ਨਾਵਲ। ਅਗਲਾ ਨਾਵਲ ਏਕਤਾ ਤੇ ਏਰੀਅਲ। ਇਹ ਦੋ ਨਾਵਲੇਟ ਆ। ਇਹਨਾਂ ਦੇ ਪਾਤਰ ਐਨੀ ਤੇ ਅਨਵਰ ਬੜੇ ਪ੍ਰਮੁੱਖ ਨੇ। ਦੋ ਨਾਵਲਟ ਜਿਹੜੇ ਆ, ਇਹਦੇ ਵਿੱਚ ਏਕਤਾ 'ਚ ਪ੍ਰੇਮ ਵਿਆਹ ਅਤੇ ਅਰੇਂਜ ਵਿਆਹ ਦੀ ਕਥਾ ਜਿਹੜੀ ਆ ਉਹਦੇ ਦੁਆਲੇ ਬੁਣਿਆ ਗਿਆ ਆ। ਏਰੀਅਲ 'ਚ ਮਰਦ ਦੀ ਬੇਵਫਾਈ ਦਾ ਜ਼ਿਕਰ ਮਿਲਦਾ ਆ ਤੇ ਬੇਰੁਜ਼ਗਾਰੀ ਕਾਰਨ ਪਤੀ ਨੂੰ ਛੱਡ ਕੇ ਇਕੱਲਿਆਂ ਰਹਿਣ ਦੀ ਸਮਰੱਥਾ ਦਾ ਵਰਣਨ ਹੋਇਆ ਔਰਤ ਦੀ ਦਾ। ਠੀਕ ਹੈ ਜੀ। ਤੇ ਪਿਆਰੇ ਵਿਦਿਆਰਥੀਓ, ਅੰਮ੍ਰਿਤਾ ਪ੍ਰੀਤਮ ਦਾ ਅਗਲਾ ਨਾਵਲ ਜਲਾਵਤਨ ਆ, ਜਿਹਦਾ ਪਾਤਰ ਆ ਪ੍ਰਮੁੱਖ ਮਲਿਕ। ਇਹ ਦੋ ਪੀੜ੍ਹੀਆਂ ਦੀਆਂ ਕਦਰਾਂ ਕੀਮਤਾਂ ਦੇ ਪ੍ਰਗਟਾਵੇ ਦਾ ਇੱਕ ਸਾਧਨ ਬਣਦਾ ਆ ਤੇ ਮਲਿਕ ਨੂੰ ਜਲਾਵਤਨ ਕਿਹਾ ਗਿਆ ਆ। ਮਲਿਕ ਜਿਹੜਾ ਆ ਇਹ ਪੁਰਾਤਨ ਪੀੜ੍ਹੀ ਨੂੰ ਰੀਪ੍ਰੈਜ਼ੈਂਟ ਕਰਦਾ ਇਸ ਨਾਵਲ ਦਾ ਪਾਤਰ ਆ। ਤੇ ਜੇਕਰ ਆਪਾਂ ਜੇਬ ਕਤਰੇ ਨਾਵਲ ਦੀ ਗੱਲ ਕਰੀਏ ਤਾਂ ਇਹਦੇ ਪਾਤਰ ਰਵੀ, ਸਵਿਤਾ, ਸ਼ਰੀਨ, ਵਿੱਕੀ, ਕਪਿਲਵਾ। ਤੇ ਵਿਸ਼ਾ ਵਿਦਿਆਰਥੀ ਜੀਵਨ ਤੇ ਆਧਾਰਿਤ ਆ। ਪੁਰਾਣੀ ਤੇ ਨਵੀਂ ਪੀੜ੍ਹੀ ਦਾ ਆਪਸੀ ਟਕਰਾਓ ਇਸ ਨਾਵਲ ਦੇ ਵਿੱਚ ਸਾਹਮਣੇ ਆਉਂਦਾ ਆ। ਯਾਤਰੀ ਨਾਵਲ ਜਿਹੜਾ ਆ, ਇਹਦੇ ਪਾਤਰ ਦੀਨਾਨਾਥ, ਮਹੰਤ ਕਿਰਪਾ ਸਾਗਰ, ਕਿਰਪਾ, ਯਾਤਰੀ ਇਹਦੇ ਪਾਤਰ ਨੇ। ਮਨੋਵਿਗਿਆਨਕ ਨਾਵਲ ਆ। ਮਰਦ ਔਰਤ ਵਿੱਚ ਬੱਚੇ ਦੀ ਭੁੱਖ ਨੂੰ ਚਿਤਰਿਆ ਗਿਆ ਆ ਤੇ ਨਾਜਾਇਜ਼ ਔਲਾਦ ਦੇ ਜਿਹੜੇ ਇਹ ਦਾਸਤਾਨ ਆ ਪੇਸ਼ ਕਰਦਾ ਨਾਵਲ। ਪੱਕੀ ਹਵੇਲੀ ਨਾਵਲ ਦੇ ਪਾਤਰ ਮਾਂ ਤੇ ਧੀ ਆ।
ਔਰਤ ਤੇ ਹੁੰਦੇ ਤਸ਼ੱਦਦ ਅਤੇ ਬੱਚੇ ਦੀ ਮਮਤਾ ਦਿਵਾਲੇ ਘੁੰਮਦਾ ਇਹ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਪ੍ਰਮੁੱਖ ਨਾਵਲ ਆ। ਅੱਕ ਦਾ ਬੂਟਾ ਵਿੱਚ ਪਾਤਰ ਉਰਮੀ ਤੇ ਗੌਤਮ ਆ। ਇਸਤਰੀ ਦੇ ਮਾਨਸਿਕ ਸੰਤਾਪ ਨੂੰ ਇਹ ਪੇਸ਼ ਕਰਦਾ ਆ। ਆਜ਼ਾਦੀ ਦਾ ਸੰਕਲਪ ਸਿਰਜਦਾ ਆ। ਅਣਖ ਬਦਲੇ ਕਤਲ ਦੁਆਲੇ ਇਹ ਨਾਵਲ ਘੁੰਮਦਾ ਆ। ਤੇ ਅੱਗ ਦੀ ਲਕੀਰ ਜਿਹੜਾ ਨਾਵਲ ਆ ਇਹਦਾ ਮੁੱਖ ਪਾਤਰ ਨੰਦਾ ਆ। ਨਾਜਾਇਜ਼ ਤੇ ਜਾਇਜ਼ ਰਿਸ਼ਤਿਆਂ ਦੁਆਲੇ ਅੱਗ ਦੀ ਲਕੀਰ ਨਾਵਲ ਜਿਹੜਾ ਆ ਉਹ ਘੁੰਮਦਾ ਆ। ਕੱਚੀ ਸੜਕ ਦਾ ਜਿਹੜਾ ਮੁੱਖ ਪਾਤਰ ਮੀਨਾ ਆ। ਕੁੜੀ ਨੂੰ ਵਰਗਲਾਉਣ ਤੇ ਸਮਗਲਿੰਗ, ਹੀਰਿਆਂ ਦੀ ਸਮਗਲਿੰਗ ਕਰਨ ਵਾਸਤੇ ਲਾਉਂਦਾ ਦਿਖਾਉਂਦਾ ਇਹ ਨਾਵਲ ਜਿਹੜਾ ਆ ਬਹੁਤ ਅਹਿਮ ਆ। ਕੋਈ ਨਹੀਂ ਜਾਣਦਾ ਨਾਵਲ ਵਿੱਚ ਬੇਣੂ ਤੇ ਚੰਦਨ ਸਿੰਘ ਮੁੱਖ ਪਾਤਰ ਨੇ। ਇਹ ਨਾਵਲ ਜਾਗੀਰਦਾਰੀ ਪ੍ਰਬੰਧ 'ਚ ਔਰਤ ਦੀ ਦੁਰਦਸ਼ਾ ਨੂੰ ਦਰਸਾਉਂਦਾ ਆ। ਮਜਬੂਰ ਪਤਨੀ ਦੀ ਗਾਥਾ ਨੂੰ ਪੇਸ਼ ਕਰਦਾ ਆ। ਉਹਨਾਂ ਦੀ ਕਹਾਣੀ ਅਗਲਾ ਨਾਵਲ ਆ। ਇਹਦੇ ਪਾਤਰ ਰਤਨਾ, ਰਾਜੂ ਹੈਗੇ ਨੇ। ਰਤਨਾ ਦਾ ਜਿਹੜਾ ਇੱਕ ਹੋਰ ਨਾਂ ਨਾਵਲ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਉਹ ਹੈ ਚੰਪਾ। ਇਹ ਵੇਸਵਾ ਦੀ ਸਮੱਸਿਆ ਦੇ ਦੁਆਲੇ ਘੁੰਮਦਾ ਨਾਵਲ ਆ। ਔਰਤ ਦੇ ਹੌਸਲੇ ਦੀ ਪ੍ਰਤੀਨਿਧਤਾ ਕਰਦਾ ਨਾਵਲ ਸਾਡੇ ਸਾਹਮਣੇ ਉਹਨਾਂ ਦੀ ਕਹਾਣੀ ਆਉਂਦਾ ਆ। ਤੇ ਜੇਕਰ ਆਪਾਂ ਅੰਮ੍ਰਿਤਾ ਪ੍ਰੀਤਮ ਦੇ ਅਗਲੇ ਨਾਵਲ ਇਹ ਸੱਚ ਹੈ ਦੀ ਗੱਲ ਕਰੀਏ ਤਾਂ ਇਹਦਾ ਮੁੱਖ ਪਾਤਰ ਸੰਜੇ ਆ। ਇਹ ਇੱਕ ਮਨੋਵਿਗਿਆਨਕ ਨਾਵਲ ਆ। ਸੁਪਨੇ 'ਚ ਮੁੱਖ ਪਾਤਰ ਦੀਆਂ ਆਪੇ ਨਾਲ ਕੀਤੀਆਂ ਗੱਲਾਂ ਦਾ ਵਿਵਰਣ ਇਹਦੇ ਵਿੱਚ ਹੋਇਆ ਆ। ਤੇ ਅੰਮ੍ਰਿਤਾ ਪ੍ਰੀਤਮ ਦਾ 13ਵਾਂ ਸੂਰਜ ਨਾਵਲ, ਇਹਦੇ ਮੁੱਖ ਪਾਤਰ ਮੇਨਕਾ ਤੇ ਸੰਜੇ। ਆਧੁਨਿਕ ਔਰਤ ਦੀ ਤਸਵੀਰ ਉਲੀਕੀ ਗਈ ਆ ਇਸ ਨਾਵਲ ਦੇ ਵਿੱਚ। ਔਰਤ ਦੀਆਂ ਖੁੱਲ੍ਹਾਂ ਦੀ ਪੇਸ਼ਕਾਰੀ ਵੀ ਹੋਈ ਆ 13ਵਾਂ ਸੂਰਜ ਨਾਵਲ ਦੇ ਵਿੱਚ। 49 ਦਿਨ ਦਾ ਮੁੱਖ ਪਾਤਰ ਹੈ ਕਰੀਮ। ਠੀਕ ਹੈ ਜੀ। ਇਹ ਮਿਸਰ ਦੀ ਮਿੱਥ ਦੇ ਉੱਤੇ ਆਧਾਰਿਤ ਆ। ਹੁਣ ਤੁਸੀਂ ਕਹੋਗੇ ਕਿ ਮਿੱਥ ਕੀ ਚੀਜ਼ ਆ। 49 ਦਿਨ ਜਿਹੜਾ ਨਾਵਲ ਆ ਮੰਨਿਆ ਜਾਂਦਾ ਮਿਸਰ ਦੇ ਵਿੱਚ ਕਿ ਜਿਹੜਾ ਵਿਅਕਤੀ ਦਾ ਦੇਹਾਂਤ ਹੁੰਦਾ ਆ 49 ਦਿਨਾਂ ਬਾਅਦ ਉਹਦੀ ਆਤਮਾ ਮੁੜ ਸਰੀਰ ਦੇ ਵਿੱਚ ਵਾਪਸ ਆ ਜਾਂਦੀ ਆ। ਇਹ ਆ ਜੀ ਮਿਸਰ ਦੀ ਮਿੱਥ ਤੇ ਇਹ ਮਨੋਵਿਗਿਆਨਕ ਆਧਾਰਾਂ ਤੇ ਬੁਣਿਆ ਹੋਇਆ ਨਾਵਲ ਆ। ਤੇ ਜੇਕਰ ਆਪਾਂ ਅੰਮ੍ਰਿਤਾ ਪ੍ਰੀਤਮ ਦੇ ਕੋਰੇ ਕਾਗਜ਼ ਦੀ ਗੱਲ ਕਰੀਏ ਤਾਂ ਇਹ ਵੀ ਮਿਥਿਹਾਸਿਕ ਦਾਰਸ਼ਨਿਕ ਨਾਵਲ ਆ। ਰੌਸ਼ਨੀ ਲਈ ਭਟਕਦੇ ਵਿਅਕਤੀਆਂ ਦੀ ਕਹਾਣੀ ਇਹਦੇ ਵਿੱਚ ਵੀ ਪੇਸ਼ ਹੋਈ ਆ। ਇਹਦੇ ਵਿੱਚ ਦਰਸ਼ਨ, ਮਿਥਿਹਾਸ ਤੇ ਜੋਤਿਸ਼ ਨੂੰ ਮੁੱਖ ਰੱਖ ਕੇ ਇਹਨਾਂ ਤੇ ਚਰਚਾ ਕੀਤੀ ਗਈ ਆ। ਠੀਕ ਹੈ ਜੀ, ਕਲੀਅਰ ਹੈ? ਸ਼ਾਬਾਸ਼। ਪਿਆਰੇ ਵਿਦਿਆਰਥੀਓ, ਅੰਮ੍ਰਿਤਾ ਪ੍ਰੀਤਮ ਨੇ ਔਰਤ ਜ਼ਾਤ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਮਾਨਵੀ ਤੇ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਸੀ। ਇਹ ਨੁਕਤਾ ਨੋਟ ਕਰ ਲਿਓ। ਤੇ ਅੰਮ੍ਰਿਤਾ ਪ੍ਰੀਤਮ ਦੇ ਮੁੱਢਲੇ ਨਾਵਲਾਂ ਉੱਤੇ ਦੇਸ ਵੰਡ ਦਾ ਪ੍ਰਭਾਵ ਦਿਸਦਾ ਆ। ਅੰਮ੍ਰਿਤਾ ਪ੍ਰੀਤਮ ਦੇ ਬਹੁਤੇ ਨਾਵਲ ਸਵੈ ਜੀਵਨੀ ਮੂਲਕ ਨਾਵਲ ਹਨ। ਵੈਰੀ 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 ਇੰਪੋਰਟੈਂਟ ਇਹ ਨੁਕਤਾ ਜਿਹੜਾ ਆ ਤੁਸੀਂ ਆਪਣੇ ਜ਼ਿਹਨ 'ਚ ਆਪਣੀ ਡਾਇਰੀ ਤੇ ਉਤਾਰ ਲਓ। ਪਿਆਰੇ ਵਿਦਿਆਰਥੀਓ, ਅੰਮ੍ਰਿਤਾ ਪ੍ਰੀਤਮ ਆਪਣੇ ਪਾਤਰਾਂ ਨੂੰ ਅਕਲਾਂ ਉਗੜੀਆਂ ਵਾਲੇ ਮਨੁੱਖ ਕਹਿੰਦੀ ਆ। ਵੈਰੀ ਇੰਪੋਰਟੈਂਟ, ਅਕਲਾਂ ਉਗੜੀਆਂ ਵਾਲੇ ਮਨੁੱਖ ਅੰਡਰਲਾਈਨ ਕਰ ਲਵੋ ਕਿਉਂਕਿ ਉਹ ਸਮਾਜਿਕ ਭਿੰਨਤਾ ਵਿੱਚ ਮਨੁੱਖੀ ਏਕਤਾ ਨੂੰ ਪਹਿਚਾਣ ਲੈਂਦੇ ਹਨ। ਇਸ ਕਰਕੇ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਪਾਤਰਾਂ ਨੂੰ ਅਕਲਾਂ ਉਗੜੀਆਂ ਵਾਲੇ ਮਨੁੱਖ ਕਿਹਾ ਆ। ਤੇ ਜੇਕਰ ਆਪਾਂ ਅੰਮ੍ਰਿਤਾ ਪ੍ਰੀਤਮ ਦਾ ਵਿਚਾਰ ਰਸੀਦੀ ਟਿਕਟ ਵਿੱਚ ਵੇਖਣਾ ਹੋਵੇ ਤਾਂ ਮੈਂ ਹੂਬਹੂ ਕਥਨ ਪੜ੍ਹਨ ਲੱਗਾ ਆ, ਕਰਿਓ ਨੋਟ। ਇੱਕ ਦਿਨ ਖੁਸ਼ਵੰਤ ਸਿੰਘ ਨੇ ਗੱਲਾਂ ਕਰਦਿਆਂ ਕਿਹਾ ਸੀ, ਤੇਰੀ ਜੀਵਨੀ ਦਾ ਕੀ ਹੈ, ਬਸ ਇੱਕ ਅੱਧਾ ਹਾਦਸਾ। ਲਿਖਣ ਲੱਗੋ ਤਾਂ ਰਸੀਦੀ ਟਿਕਟ ਦੀ ਪਿੱਠ ਉੱਤੇ ਲਿਖੀ ਜਾਏ। ਇਹ ਅੰਮ੍ਰਿਤਾ ਪ੍ਰੀਤਮ ਨੂੰ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੇ ਕਿਹਾ ਸੀ। ਰਸੀਦੀ ਟਿਕਟ ਸ਼ਾਇਦ ਇਸ ਲਈ ਆਖਿਆ ਕਿ ਬਾਕੀ ਟਿਕਟਾਂ ਦਾ ਸਾਈਜ਼ ਬਦਲਦਾ ਰਹਿੰਦਾ ਹੈ ਪਰ ਰਸੀਦੀ ਟਿਕਟ ਦਾ ਉਹੀ ਨਿੱਕਾ ਜਿਹਾ ਰਹਿੰਦਾ ਹੈ। ਠੀਕ ਹੀ ਆਖਿਆ ਸੀ। ਜੋ ਕੁਝ ਵਾਪਰਿਆ ਮਨ ਦੀਆਂ ਤਹਿਾਂ ਵਿੱਚ ਵਾਪਰਿਆ ਤੇ ਉਹ ਸਾਰਾ ਕੁਝ ਨਜ਼ਮਾਂ ਤੇ ਨਾਵਲਾਂ ਦੇ ਹਵਾਲੇ ਹੋ ਗਿਆ। ਫਿਰ ਬਾਕੀ ਕੀ ਰਿਹਾ? ਫਿਰ ਵੀ ਕੁਝ ਸਤਰਾਂ ਲਿਖ ਰਹੀ ਹਾਂ, ਕੁਝ ਇੰਜ ਜਿਵੇਂ ਜ਼ਿੰਦਗੀ ਦੇ ਲੇਖੇ ਜੋਖੇ ਦੇ ਕਾਗਜ਼ਾਂ ਉੱਤੇ ਇੱਕ ਨਿੱਕੀ ਜਿਹੀ
ਰਸੀਦੀ ਟਿਕਟ ਲਾ ਰਹੀ ਹੋਵਾਂ। ਨਜ਼ਮਾਂ ਤੇ ਨਾਵਲਾਂ ਦੇ ਲੇਖੇ ਜੋਖੇ ਦੀ ਕੱਚੀ ਰਸੀਦ ਨੂੰ ਪੱਕੀ ਰਸੀਦ ਕਰਨ ਲਈ। ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਇਹ ਰਸੀਦੀ ਟਿਕਟ ਦੇ ਪੇਜ ਨੰਬਰ 9 ਦੇ ਉੱਤੇ। ਵੈਰੀ ਇੰਪੋਰਟੈਂਟ। ਹੁਣ ਇੱਕ ਸਵਾਲ ਹੋਰ ਬਣਦਾ ਆ ਕਿ ਨਜ਼ਮਾਂ ਤੇ ਨਾਵਲਾਂ ਦੇ ਲੇਖੇ ਜੋਖੇ ਦੀ ਕੱਚੀ ਰਸੀਦ ਨੂੰ ਅੰਮ੍ਰਿਤਾ ਪ੍ਰੀਤਮ ਨੇ ਪੱਕੀ ਰਸੀਦ ਵਿੱਚ ਕਿਵੇਂ ਬਦਲਿਆ? ਤਾਂ ਬਹੁਤ ਆਸਾਨ ਜਿਹਾ ਉੱਤਰ ਆ ਜੀ, ਆਪਣੀ ਸਵੈ ਜੀਵਨੀ ਰਸੀਦੀ ਟਿਕਟ ਲਿਖ ਕੇ। ਇਹ ਤੁਸੀਂ ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੇ ਜਿਹੜੇ ਭੇਦ ਆ ਆਪਣੇ ਆਪ ਨੋਟ ਕਰਦੇ ਰਿਹਾ ਕਰੋ। ਆਪਾਂ ਬਹੁਤ ਜ਼ਿਆਦਾ ਕੁਝ ਸਿੱਖਣਾ ਹੁੰਦਾ ਆ, ਗੱਲਾਂ ਦੇ ਵਿੱਚ ਕਾਫੀ ਇਸ਼ਾਰੇ ਜਿਹੜੇ ਨੇ ਉਹਨਾਂ ਨੂੰ ਸਮਝ ਕੇ ਤੁਸੀਂ ਨੋਟ ਕਰ ਸਕਦੇ ਹੋ। ਤੇ ਜੇਕਰ ਆਪਾਂ ਰਸੀਦੀ ਟਿਕਟ ਬਾਰੇ ਇੱਕ ਦੋ ਗੱਲਾਂ ਕਰ ਲਈਏ ਤਾਂ ਮੈਨੂੰ ਲੱਗਦਾ ਹੈ ਕਿ ਚੰਗੀਆਂ ਹੋਣਗੀਆਂ। ਤੁਹਾਡੇ ਕਾਫੀ ਸਾਰੇ ਪ੍ਰਸ਼ਨ ਹੁੰਦੇ ਨੇ, ਸ਼ੰਕੇ ਹੁੰਦੇ ਨੇ, ਉਹ ਵੀ ਦੂਰ ਹੋ ਜਾਣਗੇ। ਜਿਹੜੀ ਰਸੀਦੀ ਟਿਕਟ ਆ ਇਹ ਪ੍ਰਮੁੱਖ ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਆ। ਪਹਿਲੀ ਵਾਰ 1976 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ, ਦੂਜੀ ਵਾਰ 1977 ਈਸਵੀ ਵਿੱਚ ਪ੍ਰਕਾਸ਼ਿਤ ਹੋਈ, ਤੀਜੀ ਵਾਰ 1981 ਵਿੱਚ ਪ੍ਰਕਾਸ਼ਿਤ ਹੋਈ, ਚੌਥੀ ਵਾਰ 1992 ਵਿੱਚ ਪ੍ਰਕਾਸ਼ਿਤ ਹੋਈ ਰਸੀਦੀ ਟਿਕਟ। ਤੇ ਉਸ ਤੋਂ ਬਾਅਦ ਸੋਧਿਆ ਤੇ ਵਧਾਇਆ ਹੋਇਆ ਨਵਾਂ ਸੰਸਕਰਣ ਜਿਹੜਾ ਆ 1998 ਵਿੱਚ ਪ੍ਰਕਾਸ਼ਿਤ ਹੋਇਆ, ਫਿਰ 2001 ਵਿੱਚ, ਫਿਰ 2004 ਵਿੱਚ, ਫਿਰ 2006 ਵਿੱਚ, ਫਿਰ 2008 ਵਿੱਚ ਤੇ ਫਿਰ 2010 ਵਿੱਚ ਪ੍ਰਕਾਸ਼ਿਤ ਹੋਇਆ। ਤੇ ਸੋਧਿਆ ਤੇ ਵਧਾਇਆ ਹੋਇਆ ਨਵਾਂ ਸੰਸਕਰਣ ਦਾ ਜੋ 7ਵੀਂ ਵਾਰ ਪ੍ਰਕਾਸ਼ਨ ਹੋਇਆ ਉਹ 2012 ਵਿੱਚ ਹੋਇਆ ਸੀ। ਠੀਕ ਹੈ ਜੀ। ਤੇ ਪ੍ਰਕਾਸ਼ਨ ਕਿਹੜਾ ਸੀ? ਨੋਟ ਕਰੋ, ਸਿਲਾਲੇਖ ਦਿੱਲੀ। ਬਹੁਤ ਇੰਪੋਰਟੈਂਟ ਜਾਣਕਾਰੀ ਆ। ਮੇਰੇ ਖਿਆਲ ਨਾਲ ਤੁਸੀਂ ਇਹ ਵੀ ਪਹਿਲੀ ਵਾਰੀ ਸੁਣੀ ਹੋਊਗੀ। ਜੇ ਪਹਿਲੀ ਵਾਰ ਸੁਣੀ ਆ ਤਾਂ ਕਮੈਂਟ ਜ਼ਰੂਰ ਕਰਿਓ। ਤੇ ਪਿਆਰੇ ਵਿਦਿਆਰਥੀਓ, ਅਕਸਰ ਪੁੱਛਿਆ ਜਾਂਦਾ ਆ ਕਿ ਅੰਮ੍ਰਿਤਾ ਪ੍ਰੀਤਮ ਨੇ ਕਿੱਥੇ ਲਿਖਿਆ ਸੀ? ਪਰਛਾਵਿਆਂ ਨੂੰ ਪਕੜਨ ਵਾਲਿਓ, ਛਾਤੀ 'ਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ। ਇਹ ਅੰਮ੍ਰਿਤਾ ਪ੍ਰੀਤਮ ਦੀ ਰਸੀਦੀ ਟਿਕਟ ਦੇ ਉੱਪਰ ਲਿਖਿਆ ਹੋਇਆ ਆ। ਠੀਕ ਹੈ ਜੀ, ਨੋਟ ਕਰ ਲਵੋ। ਤੇ ਜੇਕਰ ਆਪਾਂ ਰਸੀਦੀ ਟਿਕਟ ਤੋਂ ਇਲਾਵਾ ਸਵੈ ਜੀਵਨੀਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਾ ਪ੍ਰੀਤਮ ਦੀਆਂ ਕੁਝ ਸਵੈ ਜੀਵਨੀ ਅੰਸ਼ ਹੋਰ ਵੀ ਨੇ। ਪਰ ਉਸ ਤੋਂ ਪਹਿਲਾਂ ਰਸੀਦੀ ਟਿਕਟ ਜੋ 1976 ਵਿੱਚ ਪ੍ਰਕਾਸ਼ਿਤ ਹੋਈ ਸੀ, ਇਹਦੇ ਬਾਰੇ ਸੁਣ ਲਓ ਕਿ ਇਹ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ 'ਚ ਟਰਾਂਸਲੇਟ ਹੋ ਚੁੱਕੀ ਆ। ਹਿੰਦੀ ਵਿੱਚ, ਅੰਗਰੇਜ਼ੀ ਵਿੱਚ, ਉਰਦੂ ਵਿੱਚ, ਗੁਜਰਾਤੀ ਵਿੱਚ, ਮਰਾਠੀ ਵਿੱਚ, ਮਲਿਆਲਮ ਵਿੱਚ ਅਤੇ ਫ੍ਰੈਂਚ ਭਾਸ਼ਾ ਦੇ ਵਿੱਚ ਇਸ ਸਵੈ ਜੀਵਨੀ ਨੂੰ ਅਨੁਵਾਦਿਤ ਕੀਤਾ ਜਾ ਚੁੱਕਾ ਆ। ਤੇ ਅਗਲੀਆਂ ਸਵੈ ਜੀਵਨੀਆਂ ਅੰਸ਼ਾਂ ਦੇ ਵਿੱਚ ਲਾਲ ਧਾਗੇ ਦਾ ਰਿਸ਼ਤਾ 1999 ਵਿੱਚ ਇਹ ਪ੍ਰਕਾਸ਼ਿਤ ਹੋਈ ਸੀ ਤੇ ਹਿੰਦੀ ਵਿੱਚ ਇਹ ਅਨੁਵਾਦਿਤ ਹੋਈ ਸਵੈ ਜੀਵਨੀ ਅੰਸ਼ ਮਿਲਦੀ ਆ। ਕਾਲਾ ਗੁਲਾਬ 1968 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ। ਅੰਮ੍ਰਿਤਾ ਦੀ ਡਾਇਰੀ ਤੇ ਦਸਤਾਵੇਜ਼ 1978 ਈਸਵੀ ਵਿੱਚ ਪ੍ਰਕਾਸ਼ਿਤ ਹੋ ਕੇ ਸਾਹਮਣੇ ਆਉਂਦੇ ਆ। ਕੱਕੇ ਅੱਖਰ ਕਾਲੇ ਅੱਖਰ 1979 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋ ਕੇ ਸਾਡੇ ਸਾਹਮਣੇ ਆਉਂਦੇ ਆ। ਇਸੇ ਤਰ੍ਹਾਂ ਹੀ ਇੱਕ ਹੱਥ ਮਹਿੰਦੀ ਇੱਕ ਹੱਥ ਛੱਲਾ 1980 ਵਿੱਚ ਪ੍ਰਕਾਸ਼ਿਤ ਹੋਏ ਸਵੈ ਜੀਵਨੀ ਅੰਸ਼ ਅੰਮ੍ਰਿਤਾ ਪ੍ਰੀਤਮ ਦੇ। ਆਵਾਜ਼ ਦੀ ਦੁਨੀਆ 1998 ਵਿੱਚ ਪ੍ਰਕਾਸ਼ਿਤ ਹੋਈ ਸਵੈ ਜੀਵਨੀ ਅੰਸ਼ ਅੰਮ੍ਰਿਤਾ ਪ੍ਰੀਤਮ ਦਾ। ਹੁਣ ਇੰਨੇ ਜ਼ਿਆਦਾ ਅੰਮ੍ਰਿਤਾ ਪ੍ਰੀਤਮ ਦੇ ਸਵੈ ਜੀਵਨੀ ਅੰਸ਼ ਆ, ਪਰ ਉਸ ਦੇ ਨਾਵਲਾਂ ਦੇ ਵਿੱਚ ਵੀ ਉਹਦੇ ਸਵੈ ਜੀਵਨੀ ਦੇ ਅੰਸ਼ ਮਿਲਦੇ ਆ। ਤੁਸੀਂ ਇਹਨਾਂ ਨੂੰ ਨੋਟ ਕਰ ਲਵੋ। ਇਹ ਨੁਕਤੇ ਜਿਹੜੇ ਨੇ ਬਾਰੀਕੀ ਨਾਲ ਖੋਲ੍ਹਣ ਵਾਲੇ ਸੀਗੇ, ਇਸ ਕਰਕੇ ਤੁਹਾਡੇ ਨਾਲ ਚਰਚਾ ਕੀਤੀ ਆ। ਪਿਆਰੇ ਵਿਦਿਆਰਥੀਓ, ਅੰਮ੍ਰਿਤਾ ਪ੍ਰੀਤਮ ਨੇ ਲਾਹੌਰ ਤੋਂ ਨਵੀਂ ਦੁਨੀਆ ਅਤੇ ਦਿੱਲੀ ਆ ਕੇ 1966 'ਚ ਨਾਗਮਨੀ ਨਾਂ ਦਾ ਮਾਸਿਕ ਪੱਤਰ ਜਾਂ ਸਾਹਿਤਕ ਰਸਾਲਾ ਜਿਹੜਾ ਸ਼ੁਰੂ ਕੀਤਾ ਸੀਗਾ। ਤੇ ਨਾਗਮਨੀ ਮਈ 1966 ਤੋਂ ਲੈ ਕੇ ਅਕਤੂਬਰ 1993 ਈਸਵੀ ਤੱਕ ਛਪਦਾ ਰਿਹਾ ਲਗਾਤਾਰ, ਜਿਹਦੇ ਵਿੱਚ ਨਵਿਆਂ ਲੇਖਕਾਂ ਨੂੰ ਉਤਸ਼ਾਹ ਦਿੱਤਾ ਗਿਆ, ਜਿਹਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਬਾਕਮਾਲ ਆਪਣੀ ਸੰਪਾਦਨਾ ਦੀ ਪੇਸ਼ਕਾਰੀ ਕੀਤੀ। ਤੇ ਜੇਕਰ ਆਪਾਂ ਥੋੜ੍ਹਾ ਜਿਹਾ ਅੰਮ੍ਰਿਤਾ ਪ੍ਰੀਤਮ ਨੂੰ ਮਿਲੇ ਇਨਾਮਾਂ ਸਨਮਾਨਾਂ ਦੀ ਗੱਲ ਕਰ ਲਈਏ ਤਾਂ ਭਾਰਤੀ ਗਿਆਨਪੀਠ ਪੁਰਸਕਾਰ ਅੰਮ੍ਰਿਤਾ ਪ੍ਰੀਤਮ ਨੂੰ 1982 ਈਸਵੀ ਵਿੱਚ ਮਿਲਿਆ ਸੀ। ਕਿਹੜੀ ਪੁਸਤਕ ਦੇ ਉੱਤੇ? ਕਾਗਜ਼ ਤੇ ਕੈਨਵਸ ਦੇ ਉੱਤੇ। ਠੀਕ ਹੈ ਜੀ। ਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਅੰਮ੍ਰਿਤਾ ਪ੍ਰੀਤਮ ਨੂੰ 1956 ਈਸਵੀ ਵਿੱਚ ਮਿਲਿਆ ਸੀ, ਸੁਨੇਹੜੇ ਪੁਸਤਕ ਦੇ ਉੱਪਰ। ਇਹ ਕਾਵਿ ਸੰਗ੍ਰਹਿ ਆ ਅੰਮ੍ਰਿਤਾ ਪ੍ਰੀਤਮ ਦਾ। ਤੇ ਪਦਮ ਸ਼੍ਰੀ ਅੰਮ੍ਰਿਤਾ ਪ੍ਰੀਤਮ ਨੂੰ 1969 ਈਸਵੀ ਵਿੱਚ 6/9 ਦੇ ਵਿੱਚ ਮਿਲਿਆ ਸੀਗਾ। ਇਸੇ ਤਰ੍ਹਾਂ ਹੀ ਅੰਮ੍ਰਿਤਾ ਪ੍ਰੀਤਮ ਨੂੰ ਪਦਮ ਵਿਭੂਸ਼ਣ ਪੁਰਸਕਾਰ 2004 ਵਿੱਚ
ਮਿਲਿਆ। ਜੇਕਰ ਕੁਝ ਹੋਰ ਇਨਾਮਾਂ ਸਨਮਾਨਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਭਾਸ਼ਾ ਵਿਭਾਗ ਵੱਲੋਂ 1957 ਈਸਵੀ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਦਿੱਤਾ ਗਿਆ ਸੀਗਾ। 2003 ਵਿੱਚ ਪੰਜਾਬ ਸਰਕਾਰ ਵੱਲੋਂ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਅੰਮ੍ਰਿਤਾ ਪ੍ਰੀਤਮ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਹੀ ਬਲਗਾਰੀਆ ਵੈਰੋਵ ਇਨਾਮ 1988 ਵਿੱਚ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ 'ਚ ਪੁਰਸਕਾਰ ਜਿਹੜਾ ਆ 1978 ਈਸਵੀ ਨੂੰ ਅੰਮ੍ਰਿਤਾ ਪ੍ਰੀਤਮ ਨੂੰ ਦਿੱਤਾ ਗਿਆ। ਸਾਹਿਤ ਕਲਾ ਪਰਿਸ਼ਦ ਦਿੱਲੀ ਨੇ 1974 ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਸਨਮਾਨਿਤ ਕੀਤਾ ਤੇ ਅੰਮ੍ਰਿਤਾ ਪ੍ਰੀਤਮ ਰਾਜ ਸਭਾ ਦੇ ਵਿੱਚ ਵੀ ਨਾਮਜ਼ਦ ਰਹੀ ਮਈ 1986 ਤੋਂ ਲੈ ਕੇ 1992 ਈਸਵੀ ਦੇ ਦੌਰਾਨ। ਵੈਰੀ ਇੰਪੋਰਟੈਂਟ। ਇਸੇ ਤਰ੍ਹਾਂ ਹੀ ਅੰਮ੍ਰਿਤਾ ਪ੍ਰੀਤਮ ਨੂੰ ਡੀਲੈਟ ਦੀ ਆਨਰੇਰੀ ਡਿਗਰੀ ਕਿਹੜੀਆਂ ਯੂਨੀਵਰਸਿਟੀਆਂ ਨੇ ਦਿੱਤੀ ਉਹ ਵੀ ਨੋਟ ਕਰ ਲਵੋ। ਦਿੱਲੀ ਯੂਨੀਵਰਸਿਟੀ ਨੇ, ਜਬਲਪੁਰ ਯੂਨੀਵਰਸਿਟੀ ਨੇ, ਵਿਸ਼ਵ ਯੂਨੀਵਰਸਿਟੀ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ, ਬੰਬਈ ਯੂਨੀਵਰਸਿਟੀ ਨੇ ਉਹਨਾਂ ਨੂੰ ਡੀਲੈਟ ਦੀ ਆਨਰੇਰੀ ਡਿਗਰੀ ਦਿੱਤੀ ਸੀ। ਕਿਆ ਹੀ ਉਹਨਾਂ ਦੀ ਪ੍ਰਾਪਤੀ ਆ, ਕਮਾਲ ਕੀਤੀ ਪਈ ਆ। ਤੇ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਅਤੇ ਰਚਨਾ ਉੱਤੇ ਕੁਝ ਟੈਲੀਵਿਜ਼ਨ ਫਿਲਮਾਂ ਬਣੀਆਂ ਜਿਨ੍ਹਾਂ ਦੇ ਵਿੱਚ ਸੱਚੋ ਸੱਚੀ ਦਸਵੇਂ ਜੋਗੀ ਸਿਰਲੇਖ ਹੇਠ ਇੱਕ ਫਿਲਮ ਜਿਹੜੀ ਆ ਉਹਨਾਂ ਤੇ ਬਣੀ ਸੀ। ਆਖਾਂ ਵਾਰਿਸ ਸ਼ਾਹ ਨੂੰ ਸਿਰਲੇਖ ਅਧੀਨ ਵੀ ਉਹਨਾਂ ਦੇ ਉੱਤੇ ਇੱਕ ਟੈਲੀਵਿਜ਼ਨ ਫਿਲਮ ਟੀਵੀ ਫਿਲਮ ਬਣੀ ਸੀ। ਇਸੇ ਤਰ੍ਹਾਂ ਹੀ ਟੀਵੀ ਸੀਰੀਅਲ ਵੀ ਬਣੇ ਉਹਨਾਂ ਦੀਆਂ ਰਚਨਾਵਾਂ ਦੇ ਉੱਤੇ ਜਿਨ੍ਹਾਂ ਵਿੱਚ ਜ਼ਿੰਦਗੀ ਤੇ ਰਿਸ਼ਤਾ ਤੇ ਆਧਾਰਿਤ ਸੀਰੀਅਲ ਬਣੇ। ਇਸੇ ਤਰ੍ਹਾਂ ਹੀ ਅੰਮ੍ਰਿਤਾ ਪ੍ਰੀਤਮ ਦੇ ਕੁਝ ਨਾਵਲਾਂ ਨੂੰ ਆਧਾਰ ਬਣਾ ਕੇ ਫਿਲਮਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਡਾਕੂ ਨਾਵਲ ਦੇ ਉੱਤੇ ਡਾਕੂ ਨਾਂ ਹੇਠ ਹੀ ਫਿਲਮ ਦਾ ਫਿਲਮਾਂਕਣ ਕੀਤਾ ਗਿਆ। ਦੂਜਾ ਨਾਵਲ ਸੀ ਪਿੰਜਰ ਜਿਹਦੇ ਉੱਪਰ 2003 ਵਿੱਚ ਬਾਲੀਵੁੱਡ ਦੀ ਫਿਲਮ ਬਣੀ ਸੀ। ਇਹਦੇ ਵਿੱਚ ਮੁੱਖ ਕਿਰਦਾਰ ਦੀ ਭੂਮਿਕਾ ਨਿਭਾਉਣ ਵਾਲੀ ਹੀਰੋਇਨ ਸੀਗੀ ਉਰਮਿਲਾ ਮਾਤੋਂਡਕਰ ਤੇ ਹੀਰੋ ਸੀਗਾ ਮਨੋਜ ਵਾਜਪਾਈ ਤੇ ਸੰਜੇ ਸੂਰੀ ਆਦਿ ਐਕਟਰਾਂ ਨੇ ਆਪਣੀ ਜਿਹੜੀ ਐਕਟਿੰਗ ਕੀਤੀ ਸੀਗੀ। ਤੇ ਇਹਦਾ ਨਿਰਮਾਤਾ ਸੀਗਾ ਚੰਦਰ ਪ੍ਰਕਾਸ਼ ਦਿਵੇਦੀ। ਤੇ ਇੱਕ ਬੜੀ ਹੀ ਅਹਿਮ ਗੱਲ, ਇਸ ਫਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫੀਚਰ ਫਿਲਮ ਦਾ ਇਨਾਮ ਮਿਲਿਆ ਸੀ। ਇਹਨੂੰ ਕਰ ਲਓ ਜੀ ਹੁਣ ਤੁਸੀਂ 4-5 ਟਿਕ, ਬਹੁਤ ਇੰਪੋਰਟੈਂਟ ਆ। ਤੇ ਅੰਮ੍ਰਿਤਾ ਪ੍ਰੀਤਮ ਦਾ ਜਿਹੜਾ ਪਿੰਜਰ ਨਾਵਲ ਆ ਇਹਨੂੰ ਅੰਗਰੇਜ਼ੀ ਦੇ ਵਿੱਚ ਅਨੁਵਾਦ ਖੁਸ਼ਵੰਤ ਸਿੰਘ ਨੇ ਕੀਤਾ ਸੀਗਾ ਤੇ ਫ੍ਰੈਂਚ ਦੇ ਵਿੱਚ ਅਨੁਵਾਦ ਡੈਨਿਸ ਮਾਰਟਿਨ ਨੇ ਕੀਤਾ ਸੀਗਾ। ਇਹ ਆ ਆਪਣੇ ਬੋਨਸ ਪੁਆਇੰਟ ਹੈ ਕਿ ਨਹੀਂ, ਨਵੀਂ ਜਾਣਕਾਰੀ, ਇਹ ਵੀ ਨੋਟ ਕਰ ਲਵੋ। ਤੇ ਇਸੇ ਤਰ੍ਹਾਂ ਹੀ ਜੇ ਆਪਾਂ ਕਾਦ ਬਨੀ ਦੀ ਗੱਲ ਕਰੀਏ ਤਾਂ ਇਹਦੇ ਉੱਪਰ ਵੀ ਫਿਲਮਾਂਕਣ ਹੋਇਆ ਸੀ। ਤੇ ਪਿਆਰੇ ਵਿਦਿਆਰਥੀਓ, ਭਾਸ਼ਾ ਵਿਭਾਗ ਪੰਜਾਬ ਵੱਲੋਂ ਅੰਮ੍ਰਿਤਾ ਪ੍ਰੀਤਮ ਦੇ ਉੱਪਰ 2 ਵਿਸ਼ੇਸ਼ ਅੰਕ ਛਾਪੇ ਗਏ। ਪਹਿਲਾ 1982 ਈਸਵੀ ਵਿੱਚ ਪੰਜਾਬੀ ਦੁਨੀਆ ਦਾ ਅੰਮ੍ਰਿਤਾ ਪ੍ਰੀਤਮ ਤੇ ਵਿਸ਼ੇਸ਼ ਅੰਕ ਛਪਿਆ ਸੀ ਤੇ ਦੂਜਾ ਜੂਨ ਜੁਲਾਈ 2020 ਵਿੱਚ ਜਨ ਸਾਹਿਤ ਦਾ ਅੰਮ੍ਰਿਤਾ ਪ੍ਰੀਤਮ ਤੇ ਵਿਸ਼ੇਸ਼ ਅੰਕ ਛਾਪਿਆ ਗਿਆ ਜੋ ਉਹਨਾਂ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ। ਤੇ ਪਿਆਰੇ ਵਿਦਿਆਰਥੀਓ, ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਉੱਪਰ ਹੁਣ ਤੱਕ ਲਗਭਗ 9 ਖੋਜ ਕਾਰਜ ਹੋ ਚੁੱਕੇ ਨੇ। ਨਾਵਲਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਦੇ ਉੱਪਰ, ਕਵਿਤਾਵਾਂ ਦੀਆਂ, ਕਹਾਣੀਆਂ ਦੀਆਂ ਕਿਤਾਬਾਂ ਦੇ ਉੱਪਰ ਵੀ ਵੱਖ-ਵੱਖ ਨੌਜਵਾਨਾਂ ਖੋਜਾਰਥੀਆਂ ਨੇ ਖੋਜ ਕਾਰਜ ਕੀਤੇ ਨੇ। ਨਾਵਲਾਂ ਦੀ ਗੱਲ ਕਰੀਏ ਤਾਂ 9 ਹੋਏ ਨੇ। ਤੇ ਜੇਕਰ ਆਪਾਂ ਇਹ ਵੇਖੀਏ ਕਿ ਅੰਮ੍ਰਿਤਾ ਪ੍ਰੀਤਮ ਨੂੰ ਕਿਹਨੇ ਕੀ ਕਿਹਾ, ਜੋ ਪ੍ਰਸ਼ਨ ਆਪਾਂ ਸ਼ੁਰੂ ਦੇ ਵਿੱਚ ਪੁੱਛੇ ਸੀ, ਤਾਂ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬ ਦੀ ਹੂਕ ਸੰਤੋਖ ਸਿੰਘ ਧੀਰ ਨੇ ਕਿਹਾ ਸੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਪ੍ਰੀਤਮ ਸਿੰਘ ਪੰਛੀ ਨੇ ਕਿਹਾ ਸੀ ਤੇ ਅੰਮ੍ਰਿਤਾ ਪ੍ਰੀਤਮ ਨੂੰ ਬੁਲਬੁਲ ਪੰਜਾਬ ਡਾਕਟਰ ਜੀਤ ਸਿੰਘ ਸੀਤਲ ਨੇ ਕਿਹਾ ਸੀ। ਵੈਰੀ ਇੰਪੋਰਟੈਂਟ, ਨੋਟ ਕਰ ਲਵੋ ਜੀ। ਤੇ ਡਾਕਟਰ ਗੁਰਦਿਆਲ ਸਿੰਘ ਫੁੱਲ ਦੇ ਅਨੁਸਾਰ ਆਪਾਂ ਉਹਨਾਂ ਦਾ ਕਥਨ ਪੜ੍ਹਨ ਲੱਗੇ ਹਾਂ। ਅੰਮ੍ਰਿਤਾ ਪ੍ਰੀਤਮ ਇੱਕ ਸੁਚੱਜੀ ਇਸਤਰੀ ਹੈ, ਅਸਲੀ ਪੰਜਾਬਣ ਹੈ ਤੇ ਚੇਤਨ ਅਤੇ ਸੁਚੱਜੀ ਕਵਿੱਤਰੀ ਹੈ। ਇਹ ਉਹਨਾਂ ਨੇ ਸਾਹਿਤ ਸਮਾਚਾਰ ਦੇ ਅੰਮ੍ਰਿਤਾ ਪ੍ਰੀਤਮ ਵਿਸ਼ੇਸ਼ ਅੰਕ ਵਿੱਚ ਪੰਨਾ ਨੰਬਰ 15 ਤੇ ਲਿਖਿਆ। ਠੀਕ ਹੈ ਜੀ, ਇਹ ਨੋਟ ਕਰ ਲਵੋ। ਤੇ ਹੁਣ ਆਪਾਂ ਲੈਕਚਰ ਦੀ ਸਮਾਪਤੀ ਵੱਲ ਨੂੰ ਵਧਦੇ ਹਾਂ।
ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦਾ ਕਥਨ ਪੜ੍ਹ ਕੇ ਅੰਮ੍ਰਿਤਾ ਪੰਜਾਬਣ ਦੀ ਆਵਾਜ਼ ਹੈ। ਸੱਚਮੁੱਚ ਅੰਮ੍ਰਿਤਾ ਇਸਤਰੀ ਦੀ ਸੱਚੀ ਤਰਜਮਾਨ ਅਤੇ ਇਸਤਰੀਅਤ ਦੀ ਸੁਘੜ ਰੇਖਾਕਾਰ ਹੈ। ਇਹ ਕਥਨ ਸਾਹਿਤ ਵਿਵੇਚਨ ਦੇ ਪੰਨਾ ਨੰਬਰ 35 ਤੇ ਦਰਜ ਆ, ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਹੋਣਾ ਦਾ ਲਿਖਿਆ ਹੋਇਆ। ਤੇ ਆਖਰੀ ਕਥਨ ਅੰਮ੍ਰਿਤਾ ਪ੍ਰੀਤਮ ਬਾਰੇ ਡਾਕਟਰ ਜੀ ਸਿੰਘ ਸੀਤਲ ਹੋਰਾਂ ਦਾ ਲਿਖਿਆ ਹੋਇਆ। ਇਹ ਪੰਜਾਬੀ ਦੀ ਬੁਲਬੁਲ ਮਹਿਫਲ ਦੀ ਸ਼ਮਾ ਹੈ। ਇਹ ਅੰਮ੍ਰਿਤਾ ਪ੍ਰੀਤਮ ਬਾਰੇ ਕਹਿ ਰਹੇ ਆ। ਮਜਲਿਸ ਦੀ ਰੌਣਕ ਹੈ, ਸਾਹਿਤ ਗਗਨ ਦਾ ਚੰਦਰਮਾ ਹੈ, ਚੜ੍ਹਦੇ ਪੰਜਾਬ ਦਾ ਤੇਜਸਵੀ ਸੂਰਜ ਹੈ। ਇਹ ਕੇਵਲ ਇਸ ਲਈ ਕਿ ਇਹ ਦਰਦ ਤੇ ਪੀੜਾ, ਸੋਜ਼ ਤੇ ਗੁਦਾਜ਼, ਕਸਕ ਤੇ ਫਰਿਆਦ ਦੀ ਮੂੰਹ ਬੋਲ ਦੀ ਤਸਵੀਰ ਹੈ, ਡਬਲ ਕੌਮਿਆਂ ਦੇ ਵਿੱਚ, ਕਿਉਂਕਿ ਇਹ ਡਾਕਟਰ ਜੀ ਸਿੰਘ ਸੀਤਲ ਦਾ ਕਥਨ ਆ। ਤੇ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਆ ਕਿ ਅੱਜ ਦੇ ਲੈਕਚਰ ਦੇ ਵਿੱਚੋਂ ਤੁਸੀਂ ਬਹੁਤ ਕੁਝ ਨਵਾਂ ਗ੍ਰਹਿਣ ਕੀਤਾ ਹੋਊਗਾ। ਇੱਕ ਲੈਕਚਰ ਆਪਾਂ ਪਹਿਲਾਂ ਵੀ ਇਸ ਚੈਨਲ ਦੇ ਉੱਤੇ ਪਾਇਆ ਹੋਇਆ ਆ, ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਆ, ਜਿਹਦੇ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਬਾਬਤ ਗੱਲ ਹੋਈ ਆ। ਹੋਰ ਵੀ ਤੁਸੀਂ ਕੁਝ ਨਵਾਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ। ਲੈਕਚਰ ਕਿਹੋ ਜਿਹਾ ਲੱਗਿਆ ਇਹ ਵੀ ਤੁਸੀਂ ਦੱਸਣਾ ਆ, ਤੇ ਜੋ ਪ੍ਰਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਪਾਏ ਨੇ ਉਹਨਾਂ ਦੇ ਉੱਤਰ ਤੁਸੀਂ ਕਮੈਂਟ ਬਾਕਸ ਵਿੱਚ ਦੇਣੇ ਨੇ। ਤੇ ਮੈਨੂੰ ਹੁਣ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।